ਅੱਜ ਆਪਾਂ 533 ਅੰਗ ਤੋਂ ਗਿਆਨ ਸ਼ੁਰੂ ਕਰਾਂਗੇ ਜੀ। 533 ਦੇਵਗੰਧਾਰੀ ਰਾਗ 'ਚ ਪੰਜਵੀਂ ਪਾਤਸ਼ਾਹੀ ਦੇ ਜਿਹੜੇ ਸ਼ਬਦ ਲੈ ਰਹੇ ਸੀ, 27ਵਾਂ ਸ਼ਬਦ ਲੈ ਰਹੇ ਹਾਂ ਆਪਾਂ। ਔਰ ਲੜੀ ਦਾ ਪਹਿਲਾ ਮੋਤੀ ਹੈਗਾ ਅੰਗ 533 533। ਮਹਾਰਾਜ ਮੇਹਰ ਕਰਨ। ਰਾਗ ਦੇਵਗੰਧਾਰੀ ਮਹੱਲਾ ਪੰਜਵਾਂ ਘਰ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। मीता ऐसे हर जियो पाए। ਮਹਾਰਾਜ ਜਿਹੜੇ ਅਭਿਆਸੀ ਹੁੰਦੇ ਆ, ਜਿਹੜੇ ਬ੍ਰਹਮ ਗਿਆਨੀ ਹੁੰਦੇ ਆ, ਉਹ ਜਿਹੜੇ ਹੈਗੇ ਆਪ ਯਾਤਰਾ ਕਰਕੇ ਜਿਹੜੇ ਹੈਗੇ ਆ, ਇਹ ਨਹੀਂ ਕਿ ਆਪ ਯਾਤਰਾ ਕਰ ਲਈ ਤੇ ਚੁੱਪ ਹੋ ਗਏ, ਨਹੀਂ, ਉਹ ਜਿਹੜੇ ਦੂਸਰਿਆਂ ਨੂੰ ਜਿਹੜੇ ਹੈਗੇ ਪ੍ਰੇਰਿਤ ਕਰਦੇ ਆ, ਦੂਸਰਿਆਂ ਨੂੰ ਜਿਹੜਾ ਹੈਗਾ ਇਹਦਾ ਰਸਤਾ ਦੱਸਦੇ ਆ, ਦੂਸਰਿਆਂ ਦੇ ਅੰਦਰ ਜਿਹੜਾ ਹੈਗਾ ਇਸ ਯਾਤਰਾ 'ਤੇ ਤੁਰਨ ਦੇ ਵਾਸਤੇ ਉਤਸ਼ਾਹ ਭਰਦੇ ਆ। ਮੀਤਾ ਐਸੇ ਹਰ ਜੀਉ ਪਾਏ। ਕਹਿੰਦੇ ਇਹੋ ਜਿਹਾ ਹੈ ਮਾਲਕ ਪਰਮਾਤਮਾ ਹੈ ਮੇਰੇ ਮਿੱਤਰ, ਇਹ ਸਤਸੰਗੀ, ਇਹੋ ਜਿਹਾ ਮਾਲਕ ਪਰਮਾਤਮਾ ਹੈਗਾ ਭਾਈ। ਛੋੜ ਨਾ ਜਾਈ ਸਦ ਹੀ ਸੰਗੇ, ਅਨ ਦਿਨ ਗੁਰਮਿਲ ਗਾਏ ਰਹਾਓ। ਕਹਿੰਦੇ ਹਮੇਸ਼ਾ ਨਾਲ ਰਹਿੰਦਾ ਹੈ, ਅੰਦਰ ਹੀ ਹੈਗਾ ਮਾਲਕ। ਹਾਂਜੀ, ਐਸੇ ਹਰ ਜੀਉ ਪਾਏ ਵੀ ਇਸ ਤਰੀਕੇ ਨਾਲ ਮਿਲ ਸਕਦਾ ਨਹੀਂ, ਇਹ ਨਹੀਂ ਹੈਗਾ। ਕਿਉਂਕਿ ਅੱਗੇ ਜਿਹੜਾ ਹੈਗਾ ਨਾ, ਅੱਗੇ ਸ਼ਬਦ ਨੂੰ ਆਪਾਂ ਪੂਰੀ ਤਰ੍ਹਾਂ ਵਿਚਾਰਾਂਗੇ ਤੇ ਉਹਦੇ 'ਚ ਪਤਾ ਲੱਗ ਰਿਹਾ ਕਿ ਇਹੋ ਜਿਹਾ ਪਰਮਾਤਮਾ, ਇਹੋ ਜਿਹਾ ਕਹਿ ਰਹੇ। ਆ ਦੇਖੋ ਨਾ, ਪਹਿਲੀ ਦੂਸਰੀ ਤੁਕ ਦੇ ਵਿੱਚ ਆ ਗਿਆ ਛੋੜ ਨਾ ਜਾਈ ਸਦ ਹੀ ਸੰਗੇ। ਕਹਿੰਦੇ ਛੱਡ ਕੇ ਨਹੀਂ ਜਾਂਦਾ, ਉਹ ਹਮੇਸ਼ਾ ਨਾਲ ਰਹਿੰਦਾ। ਅਨ ਦਿਨ ਗੁਰ ਮਿਲ ਗਾਏ। ਅਨ ਦਿਨ ਜਿਹੜਾ ਹੈਗੇ ਗੁਰੂ ਨੂੰ ਮਿਲ ਕੇ ਜਿਹੜਾ ਹੈਗਾ ਗਾਉਣ ਦੇ ਨਾਲ ਮਿਲਦਾ ਹੈ। ਆ ਵੀ ਤੁਹਾਡੀ ਗੱਲ ਵੀ ਆ ਗਈ ਜੀ ਵਿੱਚ ਹੀ। ਦੇਖੋ ਕਹਿੰਦੇ ਕਿਵੇਂ ਮਿਲਦਾ ਆ, ਐਸੇ ਹਰ ਜੀਉ ਪਾਏ। ਫਿਰ ਕਹਿੰਦੇ ਗੁਰੂ ਦੇ ਨਾਲ ਮਿਲ ਕੇ ਜਿਹੜਾ ਹੈਗਾ, ਗੁਰੂ ਦੇ ਅਨੁਸਾਰ ਜਿਹੜਾ ਹੈਗਾ ਅਨ ਦਿਨ ਜਿਹੜਾ ਹੈਗਾ ਡੇਲੀ ਜਿਹੜਾ ਹੈਗਾ ਇਹ ਕੰਮ ਕਰਨਾ ਪਊਗਾ, ਪਰਮਾਤਮਾ ਨੂੰ ਪਿਆਰ ਦੇ ਨਾਲ ਗਾਉਣਾ ਪਊਗਾ। ਬਿਲਕੁਲ ਸਹੀ ਹੈ ਜੀ, ਤੁਹਾਡੀ ਗੱਲ ਵੀ ਸਹੀ ਹੈ, ਬਿਲਕੁਲ ਦੋਨਾਂ ਦਾ ਆਨਸਰ ਹੈਗਾ ਇਹਦੇ ਵਿੱਚ। ਠੀਕ ਹੈ, ਹਾਂਜੀ, ਬਹੁਤ ਵਧੀਆ ਜੀ। ਮੀਤਾ ਐਸੇ ਹਰ ਜੀਉ ਪਾਏ, ਛੋੜ ਨਾ ਜਾਈ ਸਦ ਹੀ ਸੰਗੇ, ਅਨ ਦਿਨ ਗੁਰਮਿਲ ਗਾਏ ਰਹਾਓ। ਮਿਲਿਓ ਮਨੋਹਰ ਸਰਬ ਸੁਖੈਨਾ, ਤਿਆਗ ਨਾ ਕਤਹੂ ਜਾਏ। ਕਹਿੰਦੇ ਉਹ ਮਨੋਹਰ, ਮਨ ਨੂੰ ਹਰਨ ਵਾਲਾ, ਮਨ ਨੂੰ ਮੋਹਣ ਵਾਲਾ, ਔਰ ਸਾਰੇ ਸੁੱਖਾਂ ਦਾ ਦਾਤਾ, ਸਰਬ ਸੁਖੈਨਾ, ਤਿਆਗ ਨਾ ਕਤਹੂ ਜਾਏ। ਕਹਿੰਦੇ ਉਹ ਕਿਤੇ ਨਹੀਂ ਜਾਂਦਾ, ਛੱਡਦਾ ਨਹੀਂ ਹੈ, ਤਿਆਗਦਾ ਨਹੀਂ ਹੈ। ਅਨਕ ਭਾਂਤ ਬਹੁ ਪੇਖੇ, ਫਿਰੇ ਰੋਮ ਨਾ ਸਮਸਰ ਲਾਏ। ਕਹਿੰਦੇ ਅਨੇਕਾਂ ਹੀ ਅਨੇਕਾਂ, ਮੈਂ ਬਹੁਤ ਭਾਂਤ ਦੇ ਜਿਹੜੇ ਹੈਗੇ ਆ ਸਾਰੇ ਦੇਖ ਲਏ ਭਾਈ, ਸਾਰੇ ਦੇਖ ਲਏ ਜਿੰਨੇ ਵੀ ਹੈਗੇ ਪਰਮਾਤਮਾ ਦੇ। ਕਹਿੰਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਹੈਗੇ ਭਾਈ, ਰੋਮ ਦੇ ਬਰਾਬਰ ਵੀ ਨਹੀਂ ਹੈਗੇ। ਅਨਕ ਭਾਂਤ ਬਹੁ ਪੇਖੇ, ਅਨੇਕਾਂ ਤਰੀਕੇ ਦੇ ਨਾਲ ਮੈਂ ਹੋਰ ਦੁਨੀਆ ਦੇ ਵਿੱਚ ਸਾਰਾ ਗਾ ਕੇ ਦੇਖ ਲਿਆ, ਉਸ ਮਾਲਕ ਪਰਮਾਤਮਾ ਦੇ ਰੋਮ ਦੇ ਬਰਾਬਰ ਵੀ ਨਹੀਂ ਹੈਗੇ। ਮੰਦਰ ਪਹਾਗ ਸੋਭ ਦੁਆਰੇ, ਅਨਹਤ ਰੁਣ ਝੁਣ ਲਾਏ। ਕਹਿੰਦੇ ਐਸੀ ਮਸਤੀ ਆ ਗਈ ਹੈ, ਐਸਾ ਅੰਦਰੋਂ ਜਿਹੜੇ ਹੈਗੇ ਆ ਚਮਤਕਾਰ, ਕੈਸਾ ਖੇੜਾ ਪੈਦਾ ਹੁੰਦਾ ਹੈ। ਔਰ ਮੇਰੇ ਭਾਗ ਜਿਹੜੇ ਹੈਗੇ ਆ ਉੱਚੇ ਭਾਗ ਹੋ ਗਏ ਆ। ਮੰਦਰ ਭਾਗ, ਇਹ ਸਰੀਰ ਮੇਰਾ ਉੱਚੇ ਭਾਗਾਂ ਵਾਲਾ ਹੋ ਗਿਆ ਭਾਈ। ਇਸ ਦੇ ਵਿੱਚ ਹੀ ਮਾਲਕ ਪਰਮਾਤਮਾ ਦਾ ਰਸਤਾ, ਮਾਲਕ ਪਰਮਾਤਮਾ ਪ੍ਰਗਟ ਹੋ ਗਏ। ਸੋਭ ਦੁਆਰ ਹੈ, ਮੇਰੀ ਸੋਭਾ ਹੋ ਗਈ ਮਾਲਕ ਦੇ ਦਰ ਦੇ ਉੱਤੇ। ਅਨਹਤ ਰੁਣ ਝੁਣ ਲਾਏ, ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰਿਯ ਥੀਤੇ ਸਦ ਥਾਏ। ਕਹਿੰਦੇ ਉਹ ਤਾਂ ਹਮੇਸ਼ਾ ਹੀ ਆਨੰਦ ਮਾਣਦਾ, ਹਮੇਸ਼ਾ ਹੀ ਸਦਾ ਹੀ ਆਨੰਦ ਮਾਣਦਾ ਹੈ, ਰੰਗ ਮਾਣਦਾ ਹੈ, ਮਾਲਕ ਪਰਮਾਤਮਾ ਦਾ ਸਾਥ ਮਾਣਦਾ ਹੈ। ਉਸ ਦੇ ਘਰ ਦੇ ਵਿੱਚ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਏ, ਗ੍ਰਹਿ ਪ੍ਰਿਯ ਥੀਤੇ ਆ ਗਏ, ਸਦ ਥਾਏ ਹਮੇਸ਼ਾ ਵਾਸਤੇ ਸਥਾਪਿਤ ਹੋ ਗਏ। ਦੇਵਗੰਧਾਰੀ ਪੰਜਵਾਂ। ਦਰਸ਼ਨ ਨਾਮ ਕੋ ਮਨ ਆਛਾ। ਜਿਹੜੇ ਹੁਣ ਜਿਨ੍ਹਾਂ ਨੂੰ ਥੋੜ੍ਹੀ ਖਿੱਚ ਪੈ ਜਾਂਦੀ ਹੈ ਮਾਲਕ ਪਰਮਾਤਮਾ ਦੀ,
ਉਹਨਾਂ ਦੀ ਡਿਮਾਂਡ ਕੀ ਹੁੰਦੀ ਆ? ਦਰਸ਼ਨ, ਨਾਮ। ਕਹਿੰਦੇ ਉਹ ਦਰਸ਼ਨ ਤੇ ਨਾਮ ਵਾਸਤੇ ਜਿਹੜਾ ਹੈਗਾ ਇੱਛਾ ਹੁੰਦੀ ਆ, ਅੱਛਾ ਚਾਹੀਦਾ ਹੈ। ਪਰਮ ਆਇਓ ਹੈ ਸਗਲ ਥਾਨ ਰੇ, ਆਹੇ ਪਰਿਓ ਸੰਤ ਪਾਛੈ ਰਹਾਓ। ਕਹਿੰਦੇ ਮੈਂ ਭਟਕ ਕੇ ਭਰਮ ਕੇ ਸਾਰੇ ਥਾਨ ਦੇਖ ਲਏ, ਹਰ ਜਗ੍ਹਾ ਦੇਖ ਲਈ। ਪਰਮ ਆਇਓ ਹੈ ਸਗਲ ਥਾਨ ਰੇ, ਸਾਰੇ ਸਥਾਨਾਂ ਤੇ ਭਟਕ ਕੇ ਦੇਖ ਲਿਆ। ਆਏ ਪਰਿਓ ਸੰਤ ਪਾਛੈ, ਮੈਂ ਜਿਹੜਾ ਸੰਤ ਦੇ, ਗੁਰੂ ਦੇ, ਬ੍ਰਹਮ ਗਿਆਨੀਆਂ ਦੇ, ਸਤਿਗੁਰੂ ਦੇ ਪਿੱਛੇ ਆ ਗਿਆ ਪਾਏ। ਸੰਤ ਪਲੂਰਲ ਹੈਗਾ, ਬਹੁਤ ਸਾਰੇ ਹੈਗੇ। ਪਰਮ ਆਇਓ ਹੈ ਸਗਲ ਥਾਨ ਰੇ, ਆਹੇ ਪਰਿਓ ਸੰਤ ਪਾਛੈ ਰਹਾਓ। ਕਿਸ ਹੋਂ ਸੇਵੀ ਕਿਸ ਆਰਾਧੀ, ਜੋ ਦਿਸ਼ਟੈ ਸੋ ਗਾਛੈ। ਕਹਿੰਦੇ ਦੁਨੀਆ ਦੇ ਵਿੱਚ ਜਿਹੜਾ ਹੈਗਾ, ਹੋਰ ਮੈਂ ਕਿਸ ਦੀ ਸੇਵਾ ਕਰਾਂ, ਕਿਹਨੂੰ ਮੈਂ ਜਿਹੜਾ ਹੈ ਆਰਾਧਾਂ, ਕਿਹਦਾ ਸਿਮਰਨ ਕਰਾਂ। ਜੋ ਦਿਸ਼ਟੈ ਸੋ ਗਾਛੈ, ਕਹਿੰਦੇ ਜਿਹੜਾ ਵੀ ਦਿਸ ਰਿਹਾ ਆ ਉੱਥੇ ਛੁਪ ਜਾਏਗਾ, ਉਹ ਤਾਂ ਚਲੇ ਜਾਏਗਾ। ਕਹਿੰਦੇ ਹਮੇਸ਼ਾ ਰਹਿਣ ਵਾਲਾ ਕੋਈ ਹੈ ਹੀ ਨਹੀਂ। ਸਾਧ ਸੰਗਤ ਕੀ ਸਰਣੀ ਪਰਿਆ, ਚਰਨ ਰੇਨ ਮਨ ਬਾਛਾ। ਕਹਿੰਦੇ ਸਾਧ ਸੰਗਤ ਦੀ ਸਰਣ ਦੇ ਵਿੱਚ ਜਾਣਾ ਚਾਹੀਦਾ। ਸਤ ਸੰਗਤ, ਸਾਧ ਸੰਗਤ, ਗੁਰੂ ਦੀ ਸੰਗਤ, ਬ੍ਰਹਮ ਗਿਆਨੀਆਂ ਦੀ ਸੰਗਤ, ਕਹਿੰਦੇ ਇਹਦੇ ਵਿੱਚ ਪੈ ਰਹਿਣਾ ਚਾਹੀਦਾ ਹੈ। ਸਾਧ ਸੰਗਤ ਕੀ ਸਰਣੀ ਪਰਿਆ, ਚਰਨ ਰੇਣ ਮਨ ਬਾਛਾ। ਉਹਨਾਂ ਦੇ ਚਰਨਾਂ ਦੀ ਧੂੜ, ਸਾਧ ਸੰਗਤ ਦੇ ਚਰਨਾਂ ਦੀ ਧੂੜ ਕੀ ਹੈ? ਸਾਧ ਸੰਗਤ ਦਾ ਗਿਆਨ। ਮਨ ਦੇ ਵਿੱਚ ਆਹ ਡਿਮਾਂਡ ਹੋਣੀ ਚਾਹੀਦੀ ਹੈ। ਸਾਧ ਸੰਗਤ ਕੀ ਸਰਣੀ ਪਰੀ ਹੈ, ਚਰਨ ਰੇਨ ਮਨ ਬਾਛਾ। ਜੁਗਤ न जाना गुण नहीं कोई, महादुत्तर माया अच्छा है। माया और अच्छा है, दो संधि कर दो, इन्होंने जोड़ दो, माया अच्छे हो जाएगा। जुगत न जाना गुण नहीं कोई, कहते मैनू जुगती नहीं पता, मेरे अंदर कोई गुण नहीं है। ये संसार समुंदर महादुत्तर, कहते बहुत ही औखी है तरन वाली, ये माया ऐसी हैगी भाई। इस करके आए पयो नानक गुर चरनी, ताओ उतरी सगल दुराछा। कहते मैं तो इस करके गुरु के चरणों के विच आ गया है पाए, मैं गुरु की मत लै लई, उहदे नाल मेरे अंदरों जिहड़ी हैगी सारी दी सारी मैल, सारी दी सारी दुरत कहते हैं भैड़ी मत, सारी दी सारी दुरमत, दुरत मतलब दुरमत दूर हो गई। देवगंधारी पंजवां, अमृता प्रिय बचन तुहारे, अत सुंदर मन मोहन प्यारे, सबहु मद निरारे रहाओ। हे मेरे प्यारे, ये तेरी भगती जिहड़ी हैगी आ, ये बोल जिहड़े हैगे, ये तेरी जिहड़ी हैगी आ, तेरी जिहड़ी है आपां उस्तत करदे आ, जो मालक की सिफत सलाह करते हैं। कहते बचन जिहड़े हैगे अमृत देण वाले आ। अमृता प्रिय बचन तुहारे, अत सुंदर मन मोहन प्यारे, सबहु मद निरारे रहो। तू तो बहुत ही सोहना हैगा, मन नूं मोहण वाला है, और सारियां दे विच हैगा ते सारियां दे विच हो के भी निरारा हैगा। गुप्त है सारियां दे विच ते निरारा हैगा भाई, किसी दे प्रगट भी हैगा। निरारे दे प्रगट है मालक परमात्मा, इन्ना सोहना ते मन नूं मोहण वाला। अत सुंदर मन मोहन प्यारे, सबहु मधे निरारे, सारिਆਂ ਦੇ ਵਿੱਚ ਹੁੰਦੇ ਹੋਏ भी निरारा हैगा। रहाओ राज न चाहो मुक्त न चाहो, मन प्रीत चरण कमलारे। देख लो डिमांड जिहड़ी हैगी कित्थे पहुँच जाती है। ना राज चाहिदा ना मुक्ति चाहिदी है। मैनू दुनिया मायक जिहड़ी हैगी, कोई सारी दुनिया का राज भी मिल जाए नहीं चाहिदा, और मुक्ति भी नहीं चाहिदी, मैनू तेरा साथ चाहिदा। राज ना चाहो मुक्त ना चाहो, मन प्रीत चरण कमलारे, तेरे चरण कमलों के नाल मैनू प्रीत चाहिदी है। ब्रह्म महेश सिद्ध मुन इंद्रा, मोहे ठाकुर ही दरसारे। कहते ब्रह्मा वर्गे महेश वर्गे लोगों नूं चाहिदे होने आ, शिव जी वर्गे मुनि इंद्र सारे जिहड़े हैगे इन्हां दी भगती लोग ही करदे होने आ। मैनू तां पाए मालका तू ही चाहिदा है, इन्हां दा करता ही चाहिदा है, तू ही चाहिदा है। मोहे ठाकुर ही दरसारे, मैनू तेरे ही दर्शन चाहिदे आ।
दीन द्वारे आयो ठाकुर शरण पर्यो संत हारे। मैं दीन जिहड़ा हैगा तेरे द्वार ते आया हां मालका, मैं हार गया हां, मैं हार गया हां। मैं साधुआं दी जिहड़ी हैगी ब्रह्म ਗਿਆਨੀਆਂ ਦੀ ਸੰਗਤ, ब्रह्म ਗਿਆਨੀਆਂ ਦੇ ਅੱਗੇ हार गया, ब्रह्म ਗਿਆਨੀਆਂ ਦੇ ਗਿਆਨ ਦੇ ਅੱਗੇ मैं नतमस्तक हो गया, मैं शरण च पै गया। मालिक की शरण च किवें जाना है? मालिक की शरण च जाना है बई जिवें ब्रह्म ਗਿਆਨੀ कह रहे, जिवें ये गुरमत कह रही है उवें करना। दीन द्वारे आयो ठाकुर शरण पर्यो संत हारे। कहो नानक प्रभ मिले मनोहर मन शीतल बिगसारे। मैं इस तरह मालिक परमात्मा मन नूं मोड़ वाला मिल जाता है और मन ठंडा ठार और विकास च आ जाता है, खेड़े च आ जाता है, खुशी च आ जाता है। देव गंधारी महला पंजवां। हर जप सेवक पार उतारियो। जिहड़ा सेवक लिखा होया देख लो पाए, परमेश्वर का नाम जप के संसार समुंदर तो पार उतार दिता। मालिक परमात्मा ने अपने विच मिला लिया। दीन दयाल पए प्रभ अपने बहुड़ जन्म ना नहीं मारियो। देख लो दीन दयाल जिहड़ा हैगा परमात्मा, पए प्रभ अपने, अपने कहंदे आ मेरे उत्ते भी मेरा मालिक परमात्मा दीन दयाल पाए प्रभ अपने बहुड़ जन्म ना नहीं मारियो। दोबारा कहते जन्म मरण के गेड़ च नहीं पाया। रहाओ साध संग में गुण गावें हर के रतन जन्म नहीं हारियो। साध संगत देखो, सत्संगत गुरु की संगत, ये ज्ञान लैके परमात्मा की भगती करनी। साध संग में गुण गावें हर के, पहला साध संगत चाहिए, पहला गुरु नूं मिलना है, ज्ञान नूं मिलना है, ज्ञान लैना है। साध संग में गुण गावें हर के रतन जन्म नहीं हारियो। ਤਾਂ ਇਹ ਮਨੁੱਖੀ ਸਰੀਰ ਜਿਹੜਾ ਰਤਨ ਜਨਮ ਹੈਗਾ ਮਿਲਿਆ ਆਪਾਂ ਨੂੰ, ਇੰਨਾ ਬੇਸ਼ਕੀਮਤੀ ਜਿਹੜਾ ਜਨਮ ਮਿਲਿਆ ਆ, ਨਹੀਂ ਜਿਹੜਾ ਹੈਗਾ ਇਹ ਅਜਾਂ ਹੀ ਜਾਂਦਾ। ਪ੍ਰਭ ਗੁਣ ਗਾਏ ਬਿਖੈ ਬਨ ਤਰਿਆ ਕੁਲਹਿ ਸਮੂਹ ਉਧਾਰਿਓ। ਇਹ ਸੰਸਾਰ ਕੀ ਹੈਗਾ? ਕਹਿੰਦੇ ਇਹ ਬਨ ਹੈਗਾ। ਬਨ ਕਿਉਂ ਕਿਹਾ ਇਹਨੂੰ ਸ਼ਹਿਰ ਕਿਉਂ ਨਹੀਂ ਕਿਹਾ? ਕਹਿੰਦੇ ਬਸ ਬਨ ਇਸ ਕਰਕੇ ਇੱਥੇ ਭਟਕਦਾ ਇਨਸਾਨ, ਬਨ ਦੇ ਵਿੱਚ, ਜੰਗਲ ਦੇ ਵਿੱਚ ਜਿਹੜਾ ਰਸਤਾ ਨਹੀਂ ਲੱਭਦਾ, ਇਸ ਕਰਕੇ ਇਹ ਵਿਸ਼ੇ ਵਿਕਾਰਾਂ ਦਾ ਬਨ ਹੈਗਾ। ਇੱਥੇ ਚੋਗਾ ਖਿਲ ਰਿਹਾ ਪਿਆ ਆ। ਇਹ ਪਰਮਾਤਮਾ ਦੀ ਭਗਤੀ ਕਰਨ ਦੇ ਨਾਲ, ਪ੍ਰਭ ਗੁਣ ਗਾਏ, ਪਰਮਾਤਮਾ ਦੀ ਭਗਤੀ ਧਿਆਨ ਸਿਮਰਨ ਕਰਨ ਦੇ ਨਾਲ, ਇਹਦੇ ਪ੍ਰਭ ਗੁਣ ਦਾ ਗੁਣ ਗਾਏ ਦਾ ਮਤਲਬ ਇਹਦੇ ਵਿੱਚ ਸਾਰਾ ਕੁਝ ਆ ਗਿਆ। ਇਹਦੇ ਵਿੱਚ ਗਿਆਨ ਨੂੰ ਲੈਣਾ, ਸੁਣਨਾ, ਗਾਉਣਾ, ਵਿਚਾਰਨਾ, ਮਾਫ ਕਰਨਾ ਜੀ। ਪ੍ਰਭ ਗੁਣ ਗਾਏ ਬਿਖੇ ਬਨ ਤਰਿਆ। ਇਹ ਆਹੀ ਇੱਕ ਤਰੀਕਾ ਹੈਗਾ ਭਾਈ ਭਗਤੀ, ਪਰਮਾਤਮਾ ਦੀ ਭਗਤੀ। ਇਹ ਬਿਖੇ ਬਨ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਹੀ ਤਰਿਆ ਜਾ ਸਕਦਾ ਹੈ। ਪ੍ਰਭ ਗੁਣ ਗਾਏ ਬਿਖੇ ਬਨ ਤਰਿਆ ਕੁਲਹਿ ਸਮੂਹ ਉਧਾਰਿਓ। ਔਰ ਬਾਕੀਆਂ ਨੂੰ ਵੀ ਜਿਹੜਾ ਹੈਗਾ ਉਧਾਰ ਲਿਆ ਪਾਏ, ਸਾਰੇ ਕੁਲ ਨੂੰ ਉਧਾਰ ਲਿਆ, ਜਿਹੜਾ ਵੀ ਨਾਲ ਰਲਿਆ, ਜਿਹਨੇ ਵੀ ਇਹ ਜਿਹੜਾ ਗਿਆਨ ਲਿਆ ਉਹਨੂੰ ਉਧਾਰਤਾ। ਚਰਨ ਕਮਲ ਵਸਿਆ ਹਿਰਦੇ ਭੀਤਰ ਸਾਸ ਗਿਰਾਸ ਉਚਾਰਿਓ। ਇਸ ਤਰ੍ਹਾਂ ਹਰੇਕ ਸਾਹ ਦੇ ਨਾਲ, ਹਰੇਕ ਗ੍ਰਾਹੀ ਦੇ ਨਾਲ, ਜੋ ਵੀ ਆਪਾਂ ਜਿਹੜੇ ਹੈਗੇ ਆ ਮਾਲਕ ਪਰਮਾਤਮਾ, ਆਪਾਂ ਮਾਲਕ ਦਾ ਖਾ ਰਹੇ ਹਾਂ ਭਾਈ ਧਾਨ, ਉਹਦੇ ਨਾਲ ਜਿਹੜਾ ਹੈਗਾ ਇਹ ਚਰਨ ਕਮਲ ਵਸਿਆ ਹਿਰਦ ਭੀਤਰ, ਉਹ ਮਾਲਕ ਪਰਮਾਤਮਾ ਦੇ ਸੋਹਣੇ ਚਰਨ ਕਮਲ ਹਿਰਦੇ ਦੇ ਵਿੱਚ ਸਥਾਪਿਤ ਹੋ ਜਾਂਦੇ, ਮਾਲਕ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਉਚਾਰਨ ਕਰਨ ਦੇ ਨਾਲ, ਸਾਸ ਗਿਰਾਸ ਉਚਾਰਿਆ ਮਤਲਬ ਪ੍ਰੇਮਾ ਭਗਤੀ ਕਰਨ ਦੇ ਨਾਲ। ਨਾਨਕ ਓਟ ਗਹੀ ਜਗਦੀਸ਼ਰ ਪੁਨਹ ਪੁਨਹ ਬਲਿਹਾਰਿਓ। ਇਸ ਤਰ੍ਹਾਂ ਜਗਤ ਦੇ ਈਸ਼ ਦੀ ਓਟ, ਇਸ ਤਰ੍ਹਾਂ ਜਿਹੜਾ ਨਹੀਂ ਦੇਖਦਾ ਮਾਲਕ ਪਰਮਾਤਮਾ, ਆਇਆ ਉਹਦੀ ਓਟ ਲੈਣੀ ਪਾਏ, ਬਾਰ ਬਾਰ ਜਿਹੜਾ ਹੈਗਾ ਉਹਦੀ ਭਗਤੀ ਕਰਨੀ, ਪ੍ਰੇਮਾ ਭਗਤੀ, ਪੁਨਹ ਪੁਨਹ ਬਲਿਹਾਰਿਓ। ਇਸ ਤਰ੍ਹਾਂ ਉਸ ਦੇ ਉੱਤੋਂ ਬਾਰ ਆਪਾਂ ਬਲਿਹਾਰ ਜਾਂਦੇ। ਰਾਗ ਦੇਵਗੰਧਾਰੀ ਮਹੱਲਾ ਪੰਜਵਾਂ। ਘਰ ਚੌਥਾ। ਏਕ ਓਂਕਾਰ ਸਤਿਗੁਰ, ਏਕ ਓਂਕਾਰ
सतगुर प्रसाद। ये लड़ी खत्म हो गई जी, अगली लड़ी शुरू हो गई। करत फिरे बन भेख मोहन रहत निरार। रहाओ किन्ने हैगे ਜਿਹੜੇ ਹੈਗੇ ਪੇਖ ਕਰਦੇ ਆ ਮੈਕਸੀਮਮ ਹਰੇਕ ਧਰਮ ਦੇ ਵਿੱਚ, ਔਰ ਕਈ ਜਿਹੜੇ ਹੈਗੇ ਬਨਾਂ ਦੇ ਵਿੱਚ ਚਲੇ ਜਾਂਦੇ ਆ, ਸੰਸਾਰ ਨੂੰ ਤਿਆਗ ਦਿੰਦੇ ਆ। ਕਰਤ ਫਿਰੇ ਬਨ ਭੇਖ ਮੋਹਨ ਰਹਿਤ ਨਿਰਾਰ। ਪਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਨਹੀਂ ਲੱਭਦਾ ਭਾਈ, ਉਹ ਤਾਂ ਪਾਸੇ ਹੀ ਰਹਿ ਜਾਂਦਾ ਹੈ, ਮਾਲਕ ਨਹੀਂ ਮਿਲਦਾ ਇਸ ਤਰੀਕੇ ਦੇ ਨਾਲ। ਕਰਤ ਫਿਰੇ ਬਨ ਭੇਖ ਮੋਹਨ ਰਹਿਤ ਨਿਰਾਰ। ਦੇਖੋ ਦੋਨੋਂ ਚੀਜ਼ਾਂ ਕੱਟ ਦਿੱਤੀਆਂ ਵੀ ਜਾਣਾ ਨਹੀਂ ਹੈ, ਤਿਆਗਣਾ ਨਹੀਂ ਸੰਸਾਰ, ਦੂਸਰਾ ਭੇਖ ਨਹੀਂ ਕਰਨਾ। ਜਿਹੇ ਜੇ ਅੰਦਰ ਹੈਗੇ ਉਹੇ ਜੇ ਬਾਹਰੋਂ ਰਹਿਣਾ। ਕਰਤ ਫਿਰੇ ਬਨ ਭੇਖ ਮੋਹਨ ਰਹਿਤ ਨਿਰਾਰ। ਰਹਾਓ ਕਥਤ ਸੁਨਾਵਨ ਗੀਤ ਨੀਕੇ ਗਾਵਨ ਮਨ ਮੈਂ ਧਰਤੇ ਗਾਰ। ਕਹਿੰਦੇ ਵੀ ਹੈਗੇ, ਦੂਸਰਿਆਂ ਨੂੰ ਵੀ ਸੁਣਾਉਂਦੇ ਹੈਗੇ ਆ, ਪ੍ਰਚਾਰ ਵੀ ਕਰਦੇ ਆ, ਸੋਹਣਾ ਗਾਉਂਦੇ ਵੀ ਹੈਗੇ ਆ। ਪਰਮਾਤਮਾ ਦੀ ਜਿਹੜੀ ਹੈਗੀ ਆ ਬੋਲ ਵੀ ਸੋਹਣੇ ਹੈਗੇ, ਉਹਦੇ ਜਿਹੜੀ ਹੈ ਇਹ ਬਾਣੀ ਨੂੰ ਵੀ ਗਾਉਂਦੇ ਹੈਗੇ ਆ। ਕਥਤ ਸੁਨਾਵਨ ਗੀਤ ਨੀਕੇ ਗਾਵਨ ਮਨ ਮੈਂ ਧਰਤੇ ਗਾਰ। ਪਰ ਮਨ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਗਾਰ ਹੀ ਹੈਗਾ ਭਾਈ, ਮਨ ਦੀ ਮੈਲ ਉਤਰਦੀ ਹੀ ਨਹੀਂ ਹੈਗੀ। ਅੰਦਰ ਜਿਹੜਾ ਹੈਗਾ ਉਸੇ ਤਰੀਕੇ ਨਾਲ ਦੁਰਤ ਜਿਹੜੀ ਦੁਰਮਤ ਬੈਠੀ ਹੋਈ ਹੈ। ਅਤ ਸੁੰਦਰ ਬਹੁਤ ਚਤੁਰ ਸਿਆਣੇ ਵਿਦਿਆ ਰਸਨਾ ਚਾਰ। ਔਰ ਦੇਖਣ ਨੂੰ ਵੀ ਬੜੇ ਸੋਹਣੇ ਆ, ਔਰ ਸਿਆਣੇ ਵੀ ਹੈਗੇ, ਚਤੁਰ ਵੀ ਹੈਗੇ ਆ, ਚਲਾਕ ਵੀ ਹੈਗੇ ਆ, ਔਰ ਗਿਆਨੀ ਵੀ ਹੈਗੇ ਆ, ਪੂਰਾ ਗਿਆਨ ਵੀ ਹੈਗਾ। ਔਰ ਰਸਨਾ ਦੇ ਵਿੱਚ ਮਿੱਠਾ ਹੈ, ਰਸਨਾ ਚਾਰ ਜੀਭ ਦੇ ਨਾਲ ਜਿਹੜਾ ਹੈਗਾ ਬੜਾ ਜੀਭ ਜਿਹੜੀ ਹੈ ਕਲਟੀਵੇਟ ਹੋਈ ਪਈ ਹੈ, ਬਿਲਕੁਲ ਵਧੀਆ ਬੋਲਦੀ ਹੈ। ਮਾਨ ਮੋਹ ਮੇਰ ਦੇਰ ਵਿਵਰਜਿਤ ਇਹ ਮਾਰਗ ਖੰਡੇ ਥਾਰ। ਕਹਿੰਦੇ ਭਾਈ ਇਸ ਤਰੀਕੇ ਦੇ ਨਾਲ ਤਾਂ ਨਹੀਂ ਮਾਲਕ ਪਰਮਾਤਮਾ ਦੇ ਰਸਤੇ 'ਤੇ ਤੁਰਿਆ ਜਾ ਸਕਦਾ ਭਾਈ। ਇਹਦੇ ਵਿੱਚ ਤਾਂ ਦੇਖੋ ਭਾਈ ਮਾਨ ਅਤੇ ਮੋਹ, ਇਹ ਮਾਨ ਅਪਮਾਨ ਅਤੇ ਮੋਹ, ਦੁਨੀਆ ਦੇ ਪਦਾਰਥਾਂ ਦਾ ਮੋਹ, ਮੇਰ ਤੇਰ, ਆ ਮੇਰਾ ਆ ਤੇਰਾ ਆ, ਮੇਰ ਤੇਰ ਵਿਵਰਜਿਤ। ਕਹਿੰਦੇ ਵਿਵਰਜਿਤ ਹੈ ਭਾਈ, ਇਹ ਚੀਜ਼ਾਂ ਨਹੀਂ ਅਲਾਉਡ ਹੈਗੀਆਂ। ਇਹ ਮਾਰਗ ਖੰਡੇ ਧਾਰ, ਇਹ ਮਾਰਗ ਜਿਹੜਾ ਹੈਗਾ ਔਖਾ ਰਸਤਾ ਹੈਗਾ, ਇਹ ਖੰਡੇ ਦੀ ਧਾਰ ਦੇ ਉੱਤੋਂ ਦੀ ਤੁਰਨ ਵਾਲਾ ਰਸਤਾ ਹੈਗਾ ਭਾਈ। ਮਾੜਾ ਜਿਹਾ ਵੀ ਵਿਚਲਿਤ ਹੋਏ ਡਿੱਗ ਪੈਂਦਾ ਬੰਦਾ। ਮਾਨ ਮੋਹ ਮੇਰ ਤੇਰ ਵਿਵਰਜਿਤ ਇਹ ਮਾਰਗ ਖੰਡੇ ਧਾਰ। ਕਹੋ ਨਾਨਕ ਤਿਨੇ ਪਵਜਲ ਤਰਿਆ ਪ੍ਰਭ ਕਿਰਪਾ ਸੰਤ ਸੰਗਾਰ। ਤਿਨੇ ਜਿਹੜਾ ਹੈਗਾ ਉਹਨਾਂ ਨੇ, ਉਹ ਉੱਥੇ ਵਿੱਚ ਆਉਂਦਾ ਥਾਲ ਵਿੱਚ ਤਿੰਨੇ ਵਸਤੂ ਪਈ, ਉਹ ਉੱਥੇ ਵੀ ਆਪਾਂ ਜਿਹੜੇ ਤਿੰਨ ਦੇ ਕਰ ਦਿੰਦੇ ਆ ਭਾਈ। ਥਾਲ ਵਿੱਚ ਤਿੰਨੇ ਵਸਤੂ ਪਈ ਹੈ, ਸਤ ਸੰਤੋਖ ਵਿਚਾਰੋ, ਤਿੰਨ ਵਸਤੂਆਂ ਕਰਤੀਆਂ। ਅੰਮ੍ਰਿਤ ਨਾਮ ਠਾਕੁਰ ਕਾ ਪਿਆ, ਉੱਥੇ ਚੌਥਾ ਅੰਮ੍ਰਿਤ ਨਾਮ ਕਿੱਥੋਂ ਆ ਗਿਆ ਫਿਰ? ਤਿੰਨੇ ਦਾ ਅਰਥ ਹੈਗਾ ਉਹਨਾਂ ਨੇ, ਤਿੰਨ ਉਸਨੇ। ਇਹ ਜਿਹੜਾ ਹੈਗਾ ਜਿੱਥੇ ਬਾਣੀ 'ਚ 3 ਡਿਜਿਟ ਵਾਸਤੇ ਆਊਗਾ ਉੱਥੇ 3 ਆਊਗਾ। 3 ਛੰਦੇ ਖੇਲ ਅੱਛਾ ਹੈ। बाल जवानी और बिरध फुन 3 अवस्था जान। कहो नानक तिने पवजल तरियले प्रभ किरपा संत संगार। ਕਹਿੰਦੇ ਉਹੀ ਪੌਜਲ ਤਰਦੇ ਆ ਭਾਈ ਜਿਨ੍ਹਾਂ 'ਤੇ ਪਰਮਾਤਮਾ ਦੀ ਕਿਰਪਾ ਹੁੰਦੀ ਆ। ਕਿਵੇਂ? ਸੰਤ ਸੰਗਾਰ, ਜਿਹੜੇ ਬ੍ਰਹਮ ਗਿਆਨੀਆਂ ਦੀ ਬ੍ਰਹਮ ਗਿਆਨ ਲੈਂਦੇ ਆ, ਇਹ ਗੁਰਮਤਿ ਲੈਂਦੇ ਆ, ਇਹਦੇ ਅਨੁਸਾਰ ਜਿਹੜੇ ਹੈਗੇ ਆ ਆਪਣੇ ਆਪ ਨੂੰ ਘੜਦੇ ਆ, ਉਹਨਾਂ 'ਤੇ ਕਿਰਪਾ ਹੁੰਦੀ, ਉਹ ਸੰਸਾਰ ਸਮੁੰਦਰ ਤਰ ਜਾਂਦੇ। ਕਹੋ ਨਾਨਕ ਤਿਨੇ ਪਵਜਲ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ। ਰਾਗ ਦੇਵ ਗੰਧਾਰੀ ਮਹੱਲਾ 5ਵਾਂ ਘਰ 5ਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਪ ਉਹ ਇੱਕੋ ਹੀ ਸ਼ਬਦ ਸੀਗਾ ਆਪਣੇ 'ਚ ਪੂਰਨ। ਰਾਗ ਦੇਵ ਗੰਧਾਰੀ ਅਗਲਾ ਸ਼ਬਦ ਆਇਆ ਜੀ। ਰਾਗ ਦੇਵ ਗੰਧਾਰੀ ਮਹੱਲਾ 5ਵਾਂ ਘਰ 5ਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਦੇਖੋ ਜਿਨ੍ਹਾਂ ਨੇ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ, ਉਹ ਦੂਸਰਿਆਂ ਨੂੰ ਕਿਸ ਤਰ੍ਹਾਂ ਪ੍ਰੇਰਨਾ ਕਰਦੇ ਆ। ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਕਹਿੰਦੇ ਮੈਂ ਮਾਲਕ ਦੇ ਦਰਸ਼ਨ ਕਰ ਲਏ,
ਸਭ ਤੋਂ ਉੱਚਾ ਹੈਗਾ, ਸਾਰਿਆਂ ਤੋਂ ਉੱਚਾ ਹੈਗਾ ਔਰ ਮਨ ਨੂੰ ਮੋਹਣ ਵਾਲਾ ਹੈਗਾ ਉਹ ਮਾਲਕ ਪਰਮਾਤਮਾ। ਉਹਦੇ ਬਰੋਬਰ ਦਾ ਕੋਈ ਨਹੀਂ ਹੈਗਾ। ਆਨ ਨਾ ਸਮਸਰ ਕੋ ਲਾਗੇ, ਕੋਈ ਮੈਂ ਦੱਸ ਹੀ ਨਹੀਂ ਸਕਦਾ, ਕੋਈ ਮੁਕਾਬਲਾ ਨਹੀਂ ਹੈ, ਕੋਈ ਉਹਦੇ ਵਾਸਤੇ ਉਪਮਾ ਹੀ ਨਹੀਂ ਹੈਗੀ। ਆਨ ਨਾ ਸਮਸਰ ਕੋ ਲਾਗੇ, ਢੂੰਡ ਰਹੇ ਹਮ ਮੂਚਾ। ਕਹਿੰਦੇ ਮੈਂ ਤਾਂ ਬਥੇਰਾ, ਮੂਚਾ ਮਤਲਬ ਬਹੁਤ ਜ਼ਿਆਦਾ ਲੱਭ ਕੇ ਦੇਖ ਲਿਆ, ਕੋਈ ਮਾਲਕ ਪਰਮਾਤਮਾ ਦੇ ਬਰੋਬਰ ਨਹੀਂ ਹੈਗਾ। ਉਹ ਸਭ ਤੋਂ ਉੱਚਾ ਹੈਗਾ, ਸਭ ਤੋਂ ਵੱਡਾ ਹੈਗਾ। ਰਹਾਓ ਵਹ ਬੇਅੰਤ ਅਤ ਬੜੋ ਗਾਹਰੋ, ਥਾਵ ਥਾਹ ਨਹੀਂ ਅਗਹੂਚਾ। ਕਹਿੰਦੇ ਭਾਈ ਉਹ ਤਾਂ ਮਾਲਕ ਬਹੁਤ ਬੇਅੰਤ ਹੈਗਾ, ਬੇਅੰਤ, ਉਹਦਾ ਅੰਤ ਹੀ ਨਹੀਂ ਹੈਗਾ। ਅਤ ਬੜੋ ਗਾਹਰੋ, ਇੰਨਾ ਵੱਡਾ ਤੇ ਇੰਨਾ ਗਹਿਰਾ ਹੈਗਾ, ਉਹਦੀ ਥਾਂ ਨਹੀਂ ਪਾਈ ਜਾ ਸਕਦੀ ਭਾਈ। ਥਾਹ ਨਹੀਂ ਅਗਹੂਚਾ, ਅੱਗੇ ਤੋਂ ਅੱਗੇ, ਪਰੇ ਤੋਂ ਪਰੇ ਹੈਗਾ। ਤੋਲ ਨਾ ਤੁਲੀਏ, ਉਹ ਮਾਲਕ ਪਰਮਾਤਮਾ ਦੇ ਬਰੋਬਰ ਦਾ ਕੋਈ ਨਹੀਂ ਤੋਲ ਕੇ ਤੇ ਦੱਸ ਸਕਦੇ। ਨਾ ਮੋਲ ਨਾ ਮੁਲੀਏ, ਨਾ ਉਹਦੇ ਬਰੋਬਰ ਦਾ ਕੋਈ ਮੁੱਲ ਹੈਗਾ ਭਾਈ। ਕਤ ਪਾਈਏ ਮਨ ਰੂਚਾ, ਮਨ ਨੂੰ ਚੰਗਾ ਲੱਗਦਾ ਹੈ, ਕਿਵੇਂ ਪਾਇਆ ਜਾ ਸਕਦਾ ਹੈ ਮਾਲਕ ਪਰਮਾਤਮਾ। ਖੋਜ ਅਸੰਖਾ ਅਨਕ ਤਪੰਥਾ, ਬਿਨ ਗੁਰ ਨਹੀਂ ਪਹੁੰਚਾ। ਆ ਦੱਸ ਰਹੇ ਭਾਈ ਵੀ ਕਿਵੇਂ ਪਾਇਆ ਜਾ ਸਕਦਾ ਹੈ। ਖੋਜ ਅਸੰਖਾ, ਕਹਿੰਦੇ ਅਸੰਖਾ ਹੀ ਖੋਜ ਕਰਕੇ ਮੈਂ ਦੇਖ ਲਏ। ਅਸੰਖ ਖੋਜ ਮਤਲਬ ਰਸਤੇ, ਅਸੰਖਾ ਹੀ ਰਸਤੇ ਦੇਖ ਲਏ। ਅਨਕ ਤਪੰਥਾ, ਤਪ ਕਰਕੇ ਔਰ ਸਾਧਨਾ ਕਰਕੇ ਜਿਹੜੇ ਹੈਗੇ ਅਨੇਕਾਂ ਜਿਹੜੇ ਹੈਗੇ ਹੋਰ ਦੇ ਹੋਰ ਕਰਮ ਕਾਂਡ ਔਰ ਪੰਥ ਜਿਹੜੇ ਹੈਗੇ ਉਹ ਵੀ ਰਸਤੇ ਹੈ। ਕਹਿੰਦੇ ਸਾਰੇ ਮੈਂ ਦੇਖ ਲਏ। ਬਿਨ ਗੁਰ ਨਹੀਂ ਪਹੁੰਚਾ, ਗੁਰੂ ਤੋਂ ਬਗੈਰ ਜਿਹੜਾ ਹੈ ਕੋਈ ਵੀ ਨਹੀਂ ਪਹੁੰਚ ਸਕਦਾ ਮਾਲਕ ਪਰਮਾਤਮਾ ਤੱਕ। ਬਿਨ ਗੁਰ ਨਹੀਂ ਪਹੁੰਚਾ, ਕੋਈ ਰਸਤਾ ਜਿਹੜਾ ਹੈਗਾ ਨਹੀਂ ਜਾਂਦਾ ਭਾਈ ਮਾਲਕ ਤੱਕ। ਰਸਤੇ 'ਚ ਹੀ ਜਿਹੜਾ ਹੈਗਾ ਇਹ ਐਂਡ ਹੋ ਜਾਂਦਾ ਹੈ ਉਹਦਾ। ਖੋਜ ਅਸੰਖਾ ਅਨਕ ਤਪੰਥਾ, ਬਿਨ ਗੁਰ ਨਹੀਂ ਪਹੁੰਚਾ। ਕਹੋ ਨਾਨਕ ਕਿਰਪਾ ਕਰੀ ਠਾਕੁਰ, ਮਿਲੇ ਸਾਧੂ ਰਸ ਪੂੰਚਾ। ਮਾਲਕ ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ, ਜਿਨ੍ਹਾਂ ਨੂੰ ਸਹੀ ਗਾਈਡੈਂਸ, ਸਹੀ ਰਸਤਾ ਲੱਭ ਜਾਂਦਾ ਹੈ, ਉਹਨਾਂ ਨੂੰ ਠਾਕੁਰ ਮਿਲ ਜਾਂਦਾ। ਕਹੋ ਨਾਨਕ ਕਿਰਪਾ ਕਰੀ ਠਾਕੁਰ, ਮਿਲੇ ਸਾਧੂ ਰਸ ਪੂੰਚਾ। ਉਹ ਅੰਮ੍ਰਿਤ ਰਸ ਪੁੰਚ ਲੈਂਦੇ ਆ। ਦੇਵਗੰਧਾਰੀ ਮਹੱਲਾ ਪੰਜਵਾਂ। ਮੈਂ ਬਹੁ ਵਿੱਚ ਵੇਖਿਓ। ਹਾਂਜੀ, ਆ ਤੁਸੀਂ ਜਿਹੜੀ ਉੱਪਰਲਾ ਸ਼ਬਦ ਕਰਿਆ ਨਾ, ਕਹੋ ਨਾਨਕ ਤੇਨੇ ਭਾਵ ਜਲ ਤਰੀ ਲੈ ਕਿਰਪਾ ਸੰਤ, ਇਹ ਜਿਹੜੀ ਤੁਸੀਂ ਕਿਹਾ ਨਾ ਤੇਨੇ, ਹਾਂਜੀ ਇਹ ਬਿਲਕੁਲ ਇਹੀ ਲਫ਼ਜ਼ ਆਪਣੇ ਜਪਜੀ ਸਾਹਿਬ ਦੇ ਵਿੱਚ ਵੀ ਆਉਂਦਾ। ਹਾਂਜੀ ਹਾਂਜੀ, ਇੱਕ ਸੰਸਾਰੀ, ਇੱਕ ਭੰਡਾਰੀ, ਸ਼ੁਰੂ, ਹਾਂਜੀ ਇੱਕ ਉਹ ਸ਼ੁਰੂ ਹੁੰਦਾ। ਹਾਂ ਹਾਂਜੀ, ਉੱਥੇ ਵੀ ਤਿੰਨ ਚੇਲਿਆਂ ਦੀ ਗੱਲ ਨਹੀਂ ਹੋ ਰਹੀ, ਤੇ ਉਹ ਸਾਰੇ ਹੀ ਬੇਸਿਕਲੀ ਆਪਣੇ ਜਿਹੜੇ ਕਰਨ ਵਾਲੇ ਨੇ ਨਾ। ਹਾਂ ਬਿਲਕੁਲ ਸਹੀ ਗੱਲ। ਉਹ ਤਿੰਨ ਕਹਿ ਰਹੇ ਨੇ, ਉੱਥੇ ਤਿੰਨੇ ਹੈਗਾ ਸ਼ਬਦ। ਬਿਲਕੁਲ ਠੀਕ। ਇੱਕਾ ਮਾਈ ਜੁਗਤ ਵਿਆਈ, ਤਿੰਨੇ ਚੇਲੇ ਪ੍ਰਵਾਨ। ਹਾਂ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਦੇਖੋ ਇਹਦੇ ਵਿੱਚ ਜੇ ਹੁਣ ਇੱਕ ਸੰਸਾਰੀ ਹੁੰਦਾ ਤੇ ਅਗਲੇ ਨੂੰ ਕਹਿਣਾ ਸੀ ਦੂਜਾ ਭੰਡਾਰੀ ਤੇ ਤੀਜਾ ਲਾਏ ਦੀਵਾਨ। ਉਹ ਤਾਂ ਕਹਿ ਰਹੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਉਹ ਤਾਂ ਇੱਕ ਦੀ ਗੱਲ ਕਰ ਰਹੇ ਭਾਈ। ਬਿਲਕੁਲ ਬਿਲਕੁਲ, ਹਾਂਜੀ, ਮੈਂ ਕਿਹਾ ਸਾਧ ਸੰਗਤ ਨੂੰ ਪਤਾ ਲੱਗ ਜਾਵੇ। ਬਿਲਕੁਲ, ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ। ਇਹ ਅੱਗੇ ਆਪਾਂ ਦੇਵਗੰਧਾਰੀ ਮਹੱਲਾ ਪੰਜਵਾਂ। ਮਤਲਬ ਅਲੱਗ-ਅਲੱਗ ਕਰਕੇ ਨਹੀਂ ਦੇਖਣਾ ਵੀਰ ਜੀ ਇਹਨਾਂ ਨੂੰ। ਮਤਲਬ ਇੱਕੋ ਹੀ ਸੰਸਾਰੀ ਹੈ, ਇੱਕੋ ਹੀ ਭੰਡਾਰੀ ਹੈ, ਇੱਕੋ ਦੀਵਾਨ, ਇੱਕੋ ਹੀ ਹੈ ਜਿਹੜਾ ਦੀਵਾਨ ਲਾ। ਸਾਰਾ ਕੁਝ ਇੱਕ ਦੇ ਸਿਰ ਤੇ ਹੀ ਹੈ, ਇੱਕ ਓਂਕਾਰ ਹੈ। ਹਾਂਜੀ, ਪਰਮਾਤਮਾ ਦੀ ਗੱਲ ਹੋ ਰਹੀ ਹੈ ਜੀ। ਉੱਥੇ ਤਿੰਨ ਚੇਲਿਆਂ ਦੀ ਜਿਹੜੇ ਬਿਲਕੁਲ ਜੀ ਬਿਲਕੁਲ, ਹਾਂ ਜਾਂ ਜਿਹੜੇ ਚੇਲੇ ਨੇ। ਹਾਂਜੀ ਹਾਂਜੀ। ਦੇਵਗੰਧਾਰੀ ਮਹੱਲਾ ਪੰਜਵਾਂ। ਮੈਂ ਬਹੁਪਿਤ ਵੇਖਿਓ, ਦੂਜਾ ਨਾਹੀਂ ਰੀ ਕੋਊ। ਹਾਲੋ, ਫਿਰ ਆਪਾਂ ਜੋ ਗੱਲ ਕਰ ਰਹੇ ਸੀ ਇੱਥੇ ਮਹਾਰਾਜ ਦਾ ਸਰਟੀਫਿਕੇਟ ਦਿਲਾ ਰਹੇ, ਸਰਟੀਫਾਈ ਕਰ ਰਹੇ। ਕਹਿੰਦੇ ਮੈਂ ਤਾਂ ਬਥੇਰੇ ਤਰੀਕੇ ਨੇ ਨਾਲ ਦੇਖ ਲਿਆ, ਦੂਜਾ ਹੈ ਹੀ ਨਹੀਂ ਕੋਈ। ਮੈਂ ਬਹੁਵਿਧ ਵੇਖਿਓ, ਦੂਜਾ ਨਾਹੀਂ ਰੀ ਕੋਊ। ਖੰਡ ਦੀਪ ਸਭ ਭੀਤਰ ਰਵਿਆ, ਪੂਰ ਰਹਿਓ ਸਭ ਲੋਊ। ਕਹਿੰਦੇ ਖੰਡਾਂ ਦੇ ਵਿੱਚ, ਦੀਪਾਂ ਦੇ ਵਿੱਚ, ਸਾਰੀ ਜਗ੍ਹਾ ਤੇ ਰਵਿਆ ਹੋਇਆ, ਦੂਸਰਾ ਕੋਈ ਕਿਸੇ ਲੋਕ ਦੇ ਵਿੱਚ ਕੋਈ ਹੈ ਹੀ ਨਹੀਂ ਹੈ। ਪੂਰ ਰਹਿਓ ਸਭ ਲੋਕ,
ਹਰੇਕ ਲੋਕ ਦੇ ਵਿੱਚ ਉਹ ਪੂਰਨ ਰੂਪ 'ਚ ਰਮਿਆ ਹੋਇਆ ਮਾਲਕ ਪਰਮਾਤਮਾ ਹੈਗਾ। ਰਹਾਓ ਅਗਮ ਅਗੰਮਾ ਕਵਨ ਮਹਿਮਾ ਮਨ ਜੀਵੈ ਸੁਨ ਸੋਊ। ਕਹਿੰਦੇ ਉਹ ਤਾਂ ਅਗਮ ਹੈਗਾ ਪਾਏ, ਉਹ ਅਗਮਾ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਮਹਿਮਾ ਕੀ ਕਹਿ ਸਕਦੇ ਹਾਂ ਆਪਾਂ। ਮਨ ਜੀਵੈ ਸੁਨ ਸੋਊ, ਉਹਦੀ ਸੋਭਾ ਸੁਣ ਕੇ, ਉਹਦੀ ਉਸਤਤ ਸੁਣ ਕੇ ਜਦ ਮੈਂ ਧਿਆਨ ਸਿਮਰਨ ਕਰਦਾ, ਜਦ ਮੈਂ ਭਗਤੀ ਕਰਦਾ ਹਾਂ, ਜਦ ਮੈਂ ਸਾਧ ਸੰਗਤ ਕਰਦਾ, ਮੇਰਾ ਮਨ ਜਿਉਂਦਾ ਹੋ ਜਾਂਦਾ ਹੈ। ਅਗਮ ਅਗੰਮਾ ਕਵਨ ਮਹਿਮਾ ਮਹਮਾ ਮਨ ਜੀਵੈ ਸੁਨ ਸੋਊ। ਚਾਰ ਆਸ਼ਰਮ ਚਾਰ ਵਰਨਾ ਮੁਕਤ ਭਏ ਸੇਵ ਤੋਊ। ਕਹਿੰਦੇ 4 ਆਸ਼ਰਮ ਇਹਨਾਂ ਨੇ ਲਾਏ ਹੋਏ ਆ। ਇਹ ਜਿਹੜਾ ਹੈਗਾ ਬ੍ਰਹਮਚਰਜ ਜਿਹੜਾ ਹੈਗਾ, ਗ੍ਰਸਥ ਜਿਹੜਾ ਹੈਗਾ, ਵਾਨਪ੍ਰਸਥ ਜਿਹੜਾ ਹੈਗਾ, ਇੱਕ ਸੰਨਿਆਸ ਆਸ਼ਰਮ ਹੈਗਾ, 4 ਆਸ਼ਰਮ ਹੈਗੇ। 4 ਹੀ ਜਿਹੜੇ ਵਰਨ ਹੈਗੇ ਇਹ ਵੈਸੇ ਹੀ ਇਹਨਾਂ ਨੇ ਬਣਾਏ ਹੋਏ ਆ। ਬ੍ਰਾਹਮਣ ਜਿਹੜਾ ਛਤਰੀ ਸ਼ੂਦਰ ਵੈਸ਼ ਜਿਹੜਾ ਹੈਗਾ, ਬ੍ਰਾਹਮਣ ਛਤਰੀ ਅਤੇ ਵੈਸ਼ ਸ਼ੂਦਰ, ਇਸ ਤਰ੍ਹਾਂ 4 ਹੈਗੇ ਇਹਨਾਂ ਦੇ ਵਰਨ। ਕਹਿੰਦੇ ਇੱਕੋ ਹੀ ਵਰਨ, ਕੋਈ ਆਸ਼ਰਮ ਨਹੀਂ ਭਾਈ। ਕਿਸੇ ਵੀ ਟਾਈਮ ਜਿਹੜਾ ਕੋਈ ਵੀ ਇਨਸਾਨ ਜਿਹੜਾ ਕਿਹੜੇ ਵੀ ਵਰਨ ਦਾ ਹੋਏ, ਕਿਹੜੇ ਵੀ ਆਸ਼ਰਮ ਦਾ ਹੋਏ, ਮੁਕਤ ਹੋ ਸਕਦਾ ਹੈ ਭਾਈ, ਜੇ ਉਹ ਸਹੀ ਸੇਵਾ ਕਰਦਾ ਹੈ, ਜੇ ਉਹ ਮਾਲਕ ਪਰਮਾਤਮਾ ਦੀ ਸੇਵਾ ਕਰਦਾ ਹੈ। ਸੇਵ ਤੋਊ, ਜਿਹੜਾ ਵੀ ਸੇਵਾ ਕਰੂਗਾ ਉਹ ਮੁਕਤ ਹੋ ਜਾਏਗਾ। ਕਿਵੇਂ? ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ ਦੁਤੀ ਗਏ ਸੁਖ ਹੋਊ। ਕਹਿੰਦੇ ਗੁਰੂ ਨੇ ਮੈਨੂੰ ਜਿਹੜਾ ਸ਼ਬਦ ਦ੍ਰਿੜਾ ਦਿੱਤਾ। ਸ਼ਬਦ ਕੀ ਹੈਗਾ? ਧਿਆਨ ਸਿਮਰਨ। ਉਹ ਮਾਲਕ ਪਰਮਾਤਮਾ ਦੀ ਜਿਹੜੀ ਹੈ ਭਗਤੀ ਸੁਣਨ ਦੇ ਵਿੱਚ ਬੈਠਣਾ। ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ, ਪਰਮ ਪਦ ਪਾ ਲਿਆ, ਸਭ ਤੋਂ ਉੱਚੀ ਅਵਸਥਾ ਆ ਗਈ, ਚੌਥੇ ਪਦ 'ਚ ਆ ਗਿਆ। ਦੁਤੀ ਗਏ ਸੁਖ ਹੋਊ, ਡੁਐਲਿਟੀ ਚਲੀ ਗਈ ਭਾਈ, ਦੂਸਰਾ ਨਹੀਂ ਕੋਈ। ਜਦ ਅੰਦਰ ਜਿਹੜੀ ਹੈਗੀ ਹਿਰਦੇ ਦੇ ਵਿੱਚ ਵੜ ਗਿਆ ਅਤੇ ਸੁਖੀ ਹੋ ਗਿਆ ਇਨਸਾਨ। ਕਹੋ ਨਾਨਕ ਪਾਉ ਸਾਗਰ ਤਰਿਆ ਹਰ ਨਿਧ ਪਾਈ ਸਹਿਜੋਊ। ਕਹਿੰਦੇ ਇਹ ਸੰਸਾਰ ਸਮੁੰਦਰ ਜਿਹੜਾ ਹੈਗਾ ਦੁੱਤਰ ਜਿਹੜਾ ਨਹੀਂ ਤਰਿਆ ਜਾਂਦਾ, ਉਹ ਤਰਿਆ ਗਿਆ ਭਾਈ। ਪਰਮਾਤਮਾ ਦੇ ਨਾਮ ਦਾ ਖਜ਼ਾਨਾ ਮਿਲ ਗਿਆ। ਹਰ ਨਿਧ ਪਾਈ ਸਹਿਜੋਊ, ਸਹਿਜ ਅਵਸਥਾ ਆ ਗਈ। ਮਨ ਦੇ ਵਿੱਚੋਂ ਜਦ ਜਿਹੜੀ ਹੈਗੀ ਆ ਇਹ ਹਉਮੈ ਚਲੀ ਗਈ ਤੇ ਸਮਝ ਲਓ ਮਾਲਕ ਪਰਮਾਤਮਾ ਮਿਲ ਗਿਆ, ਯਾਤਰਾ ਪੂਰੀ ਹੋ ਜਾਏਗੀ ਭਾਈ। ਕਹੋ ਨਾਨਕ ਪਾਉ ਸਾਗਰ ਤਰਿਆ ਹਰ ਨਿਧ ਪਾਈ ਸਹਿਜੋਊ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਛੇਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਏਕ ਹੈ ਰੇ ਹਰ ਏਕ ਹੈ ਜਾਨ, ਏਕ ਹੈ ਰੇ ਗੁਰਮੁਖੇ ਜਾਨ ਰਹਾਓ। ਕਹਿੰਦੇ ਦੇਖੋ ਇਹ ਤਾਂ ਬਸ ਸਾਰਾ ਉਸੇ 'ਤੇ ਚੱਲ ਰਿਹਾ ਜੀ। ਸਾਰੇ ਸ਼ਬਦ ਜਿਹੜੇ ਹੈਗੇ ਇੱਕ ਮਾਲਕ ਪਰਮਾਤਮਾ ਨੂੰ ਦ੍ਰਿੜ ਕਰਾ ਰਹੇ ਹੈ। ਇੱਕ ਹੈ ਰੇ ਹਰ ਇੱਕ ਹੈ ਜਾਨ, ਇੱਕ ਹੈ ਮਾਲਕ ਪਰਮਾਤਮਾ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਾ ਪਿਆਰਿਆ। ਇੱਕ ਹੈ ਰਹਿ ਗੁਰਮੁਖੇ ਜਾਣ। ਤੈਨੂੰ ਨਹੀਂ ਸਮਝ ਆਏਗਾ, ਗੁਰੂ ਦੇ ਰਾਹੀਂ ਬ੍ਰਹਮ ਗਿਆਨੀ ਦੇ ਰਾਹੀਂ ਧਿਆਨ ਸਿਮਰਨ ਕਰੇਗਾ ਤਾਂ ਤੂੰ ਜਾਣੇਗਾ ਭਾਈ। ਇੱਕ ਹੈ ਰੇ ਹਰ ਇੱਕ ਹੈ ਜਾਨ, ਇੱਕ ਹੈ ਰੇ ਗੁਰਮੁਖੇ ਜਾਨ ਰਹਾਓ। ਕਾਹੇ ਪਰਮਤ ਹੋ ਤੁਮ ਭ੍ਰਮ ਪਰਮੋ ਨਾਹੀ, ਪਰਮੋ ਨਾ ਭਾਈ ਰਵਿਆ ਰੇ ਰਵਿਆ ਸਰਬ ਥਾਨ। ਕਿਉਂ ਭਟਕ ਰਹੇ ਹੋ? ਕਹਿੰਦੇ ਕਿਉਂ ਭਟਕ ਰਹੇ ਹੋ? ਕੋਈ ਦੂਸਰਾ ਨਹੀਂ ਹੈਗਾ। ਨਾ ਭਟਕੋ ਪਿਆ, ਇਹ ਮੇਰੇ ਭਰਾਵਾ ਨਾ ਭਟਕੋ। ਉਹ ਮਾਲਕ ਪਰਮਾਤਮਾ ਹਰ ਜਗ੍ਹਾ ਤੇ ਰਵਿਆ, ਹਰੇਕ ਦੇ ਅੰਦਰ ਰਵਿਆ ਹੋਇਆ ਹੈ। ਜਿਉ ਬੈਸੰਤਰ ਕਾਸ਼ਟ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ। ਜਿਵੇਂ ਕਹਿੰਦੇ ਕਾਸ਼ਟ ਲੱਕੜੀ ਦੇ ਵਿੱਚ ਅੱਗ ਹੈਗੀ ਭਾਈ, ਉਹ ਸੰਜਮ ਦੇ ਨਾਲ ਕੱਢਾਂਗੇ ਤੇ ਲੱਕੜੀ 'ਚੋਂ ਅੱਗ, ਲੱਕੜੀ ਨੂੰ ਆਪਾਂ ਬਾਲ ਸਕਦੇ ਹਾਂ। ਔਰ ਦੇਖ ਲਓ ਭਾਈ ਬਗੈਰ ਕੋਈ ਚੀਜ਼ ਦੀ ਲੋੜ ਹੀ ਨਹੀਂ ਹੁੰਦੀ। ਬਾਂਸ ਰਗੜ ਕੇ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਬਾਂਸਾਂ ਦੇ ਨਾਲ। ਲੱਕੜ ਨੂੰ ਲੱਕੜ 'ਚ ਰਗੜੀ ਜਾਓ, ਉਹਦੇ ਵਿੱਚੋਂ ਧੂੰਆਂ ਨਿਕਲਣ ਲੱਗ ਜਾਂਦਾ। ਜਿਉ ਬੈਸੰਤਰ ਕਾਸ਼ਟ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ। ਬਗੈਰ ਸੰਜਮ ਦੇ ਨਹੀਂ ਕੱਢ ਸਕਦੇ। ਇਸੇ ਤਰੀਕੇ ਦੇ ਨਾਲ ਹਰੇਕ ਦੇ ਅੰਦਰ, ਤੇਰੇ ਅੰਦਰ ਵੀ ਮਾਲਕ ਪਰਮਾਤਮਾ ਹੈਗਾ ਭਾਈ। ਗੁਰੂ ਤੋਂ ਲੈ ਲਾ ਸੰਜਮ ਤੇ ਪਹੁੰਚ ਜਾਏਗਾ ਮਾਲਕ ਪਰਮਾਤਮਾ ਦੇ ਦਰ ਦੇ ਉੱਤੇ। ਮਾਲਕ ਪ੍ਰਗਟ ਹੋ ਜਾਏਗਾ, ਅੰਦਰ ਹੀ ਤੇਰੇ ਦਰ ਖੁੱਲ ਜਾਏਗਾ। ਜਿਉ ਬੈਸੰਤਰ ਕਾਸ਼ਟ ਮੰਝਾਰ ਬਿਨ ਸੰਜਮ ਨਹੀਂ ਕਾਰਜ ਸਾਰ, ਬਿਨ ਗੁਰ ਨਾ ਪਾਵੇਗੋ ਹਰ ਜੀ ਕੋ ਦਵਾਰ। ਦੇਖ ਲਾ ਪਿਆਰਿਆ, ਬਗੈਰ ਗੁਰੂ ਦੇ, ਬਗੈਰ ਬ੍ਰਹਮ ਗਿਆਨ ਦੇ ਪਰਮਾਤਮਾ ਦਾ ਦਰਬਾਰ ਨਹੀਂ ਲੱਭ ਸਕਦਾ ਭਾਈ। ਇਹ ਜਨਮ
अकारथ व्यर्थ हो जाएगा। मिल संगत तज अभिमान, कहो नानक पाए है परम निदान। कहते हो जा पाई लैला संगत, साध संगत, गुरु की संगत, लैला पाई ज्ञान लैला। छड़ दे अपनी आकड़, छड़ दे अपनी होमे, छड़ दे अपना जिहड़ा हैगा घमंड। मिल संगत तज अभिमान, कहो नानक पाए है परम निदान। इस तरह वो सारे खजानिਆਂ ਦਾ खजाना ਉਹ मालक परमात्मा, ਉਹਦਾ ਅੰਮ੍ਰਿਤ ਰਸ ਇਸ ਤਰ੍ਹਾਂ ਮਿਲਦਾ ਹੈ। ਇੱਥੇ ਫਿਰ ਪਹਿਲਾ ਨੰਬਰ ਪਾਇਆ ਜੀ ਮਹਾਰਾਜ ਨੇ। ਪਹਿਲੇ ਪਿਛਲੇ 2 ਹੀ ਸ਼ਬਦ ਸੀਗੇ ਲੜੀ ਦੇ, ਆ ਹੁਣ ਫਿਰ ਪਹਿਲਾ, ਅੱਗੇ ਫਿਰ ਦੇਖਦੇ ਹਾਂ ਜੀ, ਅੱਗੇ ਦੂਸਰਾ ਵੀ ਆਏਗਾ। ਦੇਵ ਗੰਧਾਰੀ 5ਵਾਂ, ਜਾਨੀ ਨਾ ਜਾਈ ਤਾਕੀ ਗਾਤ, कह पेखारों हों कर चतुराई, विस्मन विस्मय कहन कहात। गण गंधर्व सिद्ध और साधक, सुर नर देव ब्रह्म ब्रह्मादक, चतुर्वेद उचरत दिन रात, अगम अगम ठाकुर अगाध, गुण बेअंत बेअंत भान नानक, कहन न जाए परे परात। जानी ना जाई ताकि गात। कहते मालक परमात्मा दी, परमात्मा दे बारे, परमात्मा दी उच्ची अवस्था, वो मालक परमात्मा बेअंत हैगा पाए। नहीं कोई जिहड़ा हैगा मालक नूं जान सकदा, मालक नूं बयान नहीं कोई कर सकदा। जानी ना जाए ताकि गात, कह पेखारों हाँ कर चतुराई, विस्मन विस्मय कहन कहात। कहंदे भाई मैं की चतुराई करके किनू दसां, कह पेखारों हों कर चतुराई, मैं किवें जिहड़ा हैगा बयान करां। ਜਿਹੜੇ ਮਾਲਕ ਪਰਮਾਤਮਾ ਜਿਹੜੀ ਭਗਤੀ ਕਰਦੇ ਆ, ਉਹ ਤਾਂ ਵਿਸਮਨ ਵਿਸਮੈ ਕਹਿਣ ਕਹਾਤ, ਉਹ ਤਾਂ ਵਿਸਮਾਤ ਦੇ ਵਿੱਚ ਚਲੇ ਜਾਂਦੇ ਆ ਭਾਈ। ਹਾਂਜੀ ਤੁਸੀਂ ਨਾ ਰਹਾਉ ਛੱਡ ਗਏ। ਹਾਂਜੀ ਰਹਾਉ ਬਹੁਤ ਰੇਅਰ ਆ, ਰੇਅਰ ਵੀ ਪਹਿਲੀ ਲਾਈਨ ਹੀ ਰਹਾਉ ਦੀ ਹੈ। ਹਾਂ ਪਹਿਲੀ ਲਾਈਨ ਰਹਾਉ ਦੀ ਹੈ ਔਰ ਇੱਕੋ ਹੀ ਲਾਈਨ ਰਹਾਉ ਦੀ ਹੈ। ਬਿਲਕੁਲ ਸਹੀ ਹੈ ਜੀ। ਜਾਨੀ ਨਾ ਜਾਈ ਤਾਕੀ ਗਾਤ, ਉਹਨੀ ਉਸ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਾਲਕ ਪਰਮਾਤਮਾ ਜਾਨੀ ਨਾ ਜਾਈ ਤਾਂ ਕੀ ਗਾਤ, ਉਹਦੀ ਉੱਚੀ ਅਵਸਥਾ ਮਾਲਕ ਪਰਮਾਤਮਾ ਦੀ, ਕਿ ਮਾਲਕ ਪਰਮਾਤਮਾ ਨੂੰ ਜਿਹੜਾ ਕੋਈ ਡਿਫਾਈਨ ਕਰਦਾ, ਕਹਿੰਦੇ ਨਹੀਂ ਭਾਈ ਨਹੀਂ, ਉਹਦੇ ਵਿੱਚ ਸਮਾਇਆ ਜਾ ਸਕਦਾ ਹੈ। ਉਹਦੇ ਵਿੱਚ ਖੁਸ਼ੀ ਖੇੜੇ ਦੇ ਵਿੱਚ ਇਨਸਾਨ ਜਿਹੜਾ ਹੈਗਾ ਉਹ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਏਗਾ, ਪਰ ਉਹਨੂੰ ਬਿਆਨ ਕਰਨਾ नहीं पॉसिबल हैगा। जानी न जाई ताकि गात रहाओ, कह पेखारों हों कर चतुराई। मैं की चतुराई करके जिहड़ा हैगा किनू मैं दस सकदा है भाई। विस्मन विस्मय कहन कहात, कहंदे जिहड़े भी मालक दी भगती करदे आ ਉਹ ਵਿਸਮਾਤ ਦੇ ਵਿੱਚ ਚਲੇ ਜਾਂਦੇ ਆ ਭਾਈ। विस्मन विस्मय कहन कहात, गण गंधर्व सिद्ध और साधक, सुर नर देव ब्रह्म ब्रह्मादक। कहंदे ਗਣ ਜਿਹੜੇ ਹੈਗੇ ਆ ਇਹ ਸ਼ਿਵ ਜੀ ਦੇ ਗਣ, ਸੇਵਕ ਕਹਿੰਦੇ ਇਹਨਾਂ ਨੂੰ, ਦੇਵਤਿਆਂ ਦੇ ਸੇਵਕ। ਗੰਧਰਵ ਕਹਿੰਦੇ ਗਵਈਏ ਜਿਹੜੇ ਹੈਗੇ, ਜਿਹੜਾ ਜਿਸ ਤਰ੍ਹਾਂ ਜਿਹੜੇ ਹੈਗੇ ਇੰਦਰ ਦੇ ਗਵਈਏ ਜਾਂ ਹੋਰ ਜਿਹੜੇ ਗਾਉਂਦੇ ਆ ਦਰਬਾਰ ਦੇ ਵਿੱਚ। ਗਣ ਗੰਧਰਵ ਸਿੱਧ ਔਰ ਸਾਧਕ, ਸਿੱਧ ਲੋਕੀ ਔਰ ਸਾਧਕ ਜਿਹੜੇ ਹੈਗੇ ਆ, ਜਿਹੜੇ ਸਾਧਨਾ ਕਰਦੇ ਆ ਹੋਰ ਤਰੀਕੇ ਦੇ ਨਾਲ। ਸੁਰ ਨਰ ਦੇਵ ਬ੍ਰਹਮ ਬ੍ਰਹਮਾਦਕ, ਸੁਰ ਕਹਿੰਦੇ ਆ ਜਿਹੜੇ ਇਨਸਾਨ, ਅਤੇ ਉਹਨਾਂ ਦੇ ਵਿੱਚ ਵੀ ਇਨਸਾਨਾਂ ਦੇ ਅੰਦਰ ਜਿਹੜੇ ਹੈਗੇ ਦੇਵਤਿਆਂ ਵਰਗੇ ਗੁਣ ਹੁੰਦੇ ਆ। ਫਿਰ ਦੇਵ ਦੇਵਤੇ, ਬ੍ਰਹਮਾ ਅਤੇ ਬ੍ਰਹਮਾਦਕ ਮਤਲਬ ਬ੍ਰਹਮਾ ਵਰਗੇ ਕਹਿੰਦੇ ਆ। ਚਤੁਰਵੇਦ ਉਚਰਤ ਦਿਨ ਰਾਤ, ਕਹਿੰਦੇ ਗਿਆਨ ਨੂੰ ਜਿਹੜੇ 4 ਵੇਦ ਜਿਹੜੇ ਗਿਆਨ ਨੂੰ ਉਚਰਦੇ ਆ, ਬੋਲਦੇ ਆ ਗਿਆਨ ਨੂੰ, ਦਿਨ ਰਾਤ ਗਿਆਨ ਬੋਲਦੇ ਆ। ਅਗਮ ਅਗਮ ਠਾਕੁਰ ਅਗਾਧ, ਉਹ ਮਾਲਕ ਪਰਮਾਤਮਾ ਉਹ ਤਾਂ ਅਗਮ ਹੈਗਾ। ਅਗਮ ਫਿਰ ਦੁਬਾਰਾ ਲਿਖਿਆ ਮਹਾਰਾਜ ਨੇ, ਕਹਿੰਦੇ ਉਹ ਮਾਲਕ ਅਗਾਧ ਹੈਗਾ ਭਾਈ, ਉਹਦਾ ਬੋਧ ਨਹੀਂ ਹੋ ਸਕਦਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਬਾਰੇ ਜਿਹੜਾ ਹੈਗਾ ਆਪਾਂ ਬਿਆਨ ਨਹੀਂ ਕਰ ਸਕਦੇ। ਪਰੇ ਤੋਂ ਪਰੇ ਹੈਗਾ ਭਾਈ। ਗੁਣ ਬੇਅੰਤ ਬੇਅੰਤ ਪਨ ਨਾਨਕ, ਕਹਿਣ ਨਾ ਜਾਏ ਪਰੇ ਪਰਾਤ। ਕਹਿੰਦੇ ਉਹ ਮਾਲਕ ਪਰਮਾਤਮਾ ਦੇ ਗੁਣ ਤਾਂ ਬੇਅੰਤ ਹੈਗੇ ਆ। ਗੁਣ ਬੇਅੰਤ ਬੇਅੰਤ ਪਨ ਨਾਨਕ, ਕਹਿਣ ਨਾ ਜਾਏ ਪਰੇ ਪਰਾਤ। ਤੂੰ ਤਾਂ ਪਾਏ ਉਸ ਮਾਲਕ ਪਰਮਾਤਮਾ ਦੀ ਭਗਤੀ ਕਰ,
ਤੇ ਉਹ ਮਾਲਕ ਪਰਮਾਤਮਾ ਕਿਹਾ ਨਹੀਂ ਜਾ ਸਕਦਾ ਭਾਈ, ਪਰੇ ਤੋਂ ਪਰੇ ਹੈਗਾ। ਦੇਵਗੰਧਾਰੀ ਮਹੱਲਾ ਪੰਜਵਾਂ। ਧਿਆਏ ਗਾਏ ਕਰਨੇ ਹਾਰ, ਜਿਹੜਾ ਵੀ ਪਾਲਕ ਪਰਮਾਤਮਾ ਦਾ ਉਸ ਕਰਨਹਾਰ ਕਰਤੇ ਦਾ ਧਿਆਨ ਕਰਦਾ ਹੈ, ਜਿਹਦਾ ਵੀ ਉਹ ਭਗਤੀ ਜਿਹੜਾ ਪ੍ਰੇਮਾ ਭਗਤੀ ਕਰਦਾ ਹੈ, ਪਾਉ ਨਾਹੀ ਸੁਖ ਸਹਿਜ ਆਨੰਦਾ, ਅਨਕ ਉਹੀ ਰੇ ਏਕ ਸਮਾਰ ਰਾਹੋ। ਕਹਿੰਦੇ ਉਹਨੂੰ ਕੋਈ ਦੁਨੀਆ ਦਾ ਡਰ ਨਹੀਂ ਰਹਿੰਦਾ ਭਾਈ, ਸੰਸਾਰ ਸਮੁੰਦਰ ਦਾ ਸੁਖ ਦੇ ਵਿੱਚ, ਸਹਿਜ ਅਵਸਥਾ ਦੇ ਵਿੱਚ, ਆਨੰਦ ਦੇ ਵਿੱਚ ਆ ਜਾਂਦਾ ਹੈ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਇੱਕ ਮਾਲਕ ਪਰਮਾਤਮਾ ਜਿਹੜਾ ਅਨੇਕਤਾ ਦੇ ਵਿੱਚ, ਸਾਰਿਆਂ ਦੇ ਵਿੱਚ ਉਹੀ ਮਾਲਕ ਪਰਮਾਤਮਾ ਹੈ, ਅਤੇ ਉਸੇ ਨੂੰ ਇੱਕ ਨੂੰ ਉਹ ਸੰਵਾਰਦਾ ਹੈ। ਰਹਾਓ। ਸਫਲ ਮੂਰਤ ਗੁਰ ਮੇਰੇ ਮਾਥ ਹੈ, ਜਤ ਕਤ ਪੇਖੋ ਤਤ ਤਤ ਸਾਥ ਹੈ। ਗੁਰੂ ਕੀ ਹੈਗਾ? ਗੁਰੂ ਗਿਆਨ ਹੈਗਾ। ਗੁਰੂ ਦੀ ਮੂਰਤ ਕੀ ਹੈ? ਗਿਆਨ। ਸਫਲ ਮੂਰਤ ਗੁਰ ਮੇਰੇ ਮਾਥ ਹੈ, ਮੱਥੇ ਤੇ ਗਿਆਨ ਹੋਣਾ ਹੈ ਭਾਈ, ਬੁੱਧੀ। ਕਹਿੰਦੇ ਮੇਰੇ ਮੱਥੇ ਤੇ ਮੈਂ ਗੁਰੂ ਦੀ ਮੱਤ ਲੈ ਕੇ ਤੁਰਦਾ, ਗੁਰੂ ਦੀ ਮੱਤ ਨਾਲ ਕੰਮ ਕਰਦਾ ਹਾਂ। ਮੈਂ ਸਫਲ ਹੈ, ਉਹ ਫਲ ਦਿੰਦੀ ਹੈ। ਮੇਰਾ ਜਨਮ ਸਫਲ ਹੋ ਗਿਆ ਉਹਦੇ ਨਾਲ। ਸਫਲ ਮੂਰਤ ਗੁਰ ਮੇਰੇ ਮਾਥ ਹੈ, ਜਤ ਕਤ ਪੇਖੋਂ ਤਤ ਤਤ ਸਾਥ ਹੈ। ਜਿੱਥੇ ਕਿੱਥੇ ਵੀ ਦੇਖਦਾ ਹਾਂ, ਐਸੀ ਗੁਰੂ ਨੇ ਮੇਰੀ ਮੱਤ ਦੇ ਦਿੱਤੀ ਕਿ ਜਿੱਥੇ ਵੀ ਦੇਖਦਾ ਮੈਨੂੰ ਉਹ ਮਾਲਕ ਮੇਰੇ ਨਾਲ ਹੀ ਨਜ਼ਰ ਆਉਂਦਾ ਹੈ। ਜਤ ਕਤ ਪੇਖੋਂ ਤਤ ਤਤ ਸਾਥ ਹੈ। ਚਰਨ ਕਮਲ ਮੇਰੇ ਪ੍ਰਾਣ ਆਧਾਰ, ਪਰਮੇਸ਼ਰ ਦੇ ਚਰਨ ਕਮਲ ਜਿਹੜੇ ਸਥਿਤ ਹੋ ਗਏ, ਮੇਰੇ ਪ੍ਰਾਣਾਂ ਦਾ ਆਧਾਰ ਬਣ ਗਏ, ਉਹ ਮੇਰੇ ਹਿਰਦੇ 'ਚ ਸਥਿਤ ਹੋ ਗਏ। ਸਮਰਥ ਅਥਾ ਬੜਾ ਪ੍ਰਭ ਮੇਰਾ, ਕਟ ਕਟ ਅੰਤਰ ਸਾਹਿਬ ਨੇਰਾ। ਉਹ ਸਮਰੱਥ ਹੈ ਮਾਲਕ ਪਰਮਾਤਮਾ, ਉਹਦਾ ਥਾਂ ਨਹੀਂ ਪਾਇਆ ਜਾ ਸਕਦਾ। ਸਭ ਤੋਂ ਵੱਡਾ ਹੈ ਮੇਰਾ ਮਾਲਕ। ਘਟ ਘਟ ਦੇ ਵਿੱਚ ਹਰੇਕ ਦੇ ਅੰਦਰ ਔਰ ਹਰੇਕ ਦੇ ਨੇੜੇ ਹੈਗਾ ਉਹ ਮਾਲਕ ਪਰਮਾਤਮਾ। ਤਾਂ ਕਿ ਸਰਣ ਆਸਰ ਪ੍ਰਭ ਨਾਨਕ, ਜਾਂ ਕਾ ਅੰਤ ਨਾ ਪਾਰਾਵਾਰ। ਉਸੇ ਦੀ ਸਰਣ 'ਚ ਜਾਣਾ ਬਣਦਾ ਹੈ ਭਾਈ, ਉਸੇ ਦਾ ਆਸਰਾ ਲੈਣਾ ਬਣਦਾ ਹੈ, ਜਿਹਦਾ ਕਿ ਅੰਤ ਤੇ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਇਹ ਤੀਸਰਾ ਹੋ ਗਿਆ ਜੀ ਇਸ ਮੋਤੀ ਦਾ, ਲੜੀ ਦਾ ਮੋਤੀ। ਦੇਵਗੰਧਾਰੀ ਮਹੱਲਾ ਪੰਜਵਾਂ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਇਹਦੇ ਵਿੱਚ ਮਹਾਰਾਜ ਬਹੁਤ ਜਿਹੜਾ ਹੈਗਾ ਆਪਾਂ ਨੂੰ ਜੀਵਨ ਦੀ ਜਾਂਚ ਸਿਖਾ ਰਹੇ, ਬਹੁਤ ਕੀਮਤੀ ਨੁਕਤਾ ਦੇ ਰਹੇ ਭਾਈ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਸਾਕਤ ਜਿਹੜਾ ਇਨਸਾਨ ਹੁੰਦਾ, ਸਾਕਤ ਕੌਣ ਹੈ? ਸਾਕਤ ਜਿਹੜਾ ਹੈਗਾ ਜਿਹਨੂੰ ਪਰਮਾਤਮਾ ਦੀ ਭਗਤੀ ਦੇ ਵਿੱਚ ਮਾਲਕ ਨੂੰ ਮਿਲਣ ਦਾ ਕੋਈ ਇੰਟਰਸਟ ਨਹੀਂ ਹੁੰਦਾ, ਉਹਨੂੰ ਸਾਕਤ ਕਹਿੰਦੇ ਆ। ਸਾਕਤ ਜਿਹੜਾ ਹੈਗਾ ਮਾਇਆ ਦੇ ਵਿੱਚ, ਜਿਹੜਾ ਮਾਇਆ ਨੂੰ ਮੰਨਦਾ ਹੈ, ਮਾਲਕ ਨੂੰ ਨਹੀਂ ਮੰਨਦਾ, ਉਹਨੂੰ ਸਾਕਤ ਕਹਿੰਦੇ। ਕਿਉਂਕਿ ਜਿਹਦਾ ਮੋਟੋ, ਜਿਹਦਾ ਆਦਰਸ਼ ਜਿਹੜਾ ਹੈਗਾ, ਜਿਹਦਾ ਜੀਵਨ ਜਿਹੜਾ ਹੈਗਾ ਸਿਰਫ ਜਿਹੜਾ ਹੈਗਾ ਪਦਾਰਥ ਹੈਗੇ, ਉਹ ਸਾਕਤ ਹੈਗਾ। ਉਲਟੀ ਰੇ ਮਨ ਉਲਟੀ ਰੇ, ਕਹਿੰਦੇ ਹੈ ਮੇਰੇ ਮਨਾ ਉਸ ਚੋਂ ਪਰੇ ਹੋ ਤੂੰ, ਉਹਦੇ ਨਾਲ ਉਹਦੀ ਸੰਗਤ ਨਾ ਕਰੀ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਕਹਿੰਦੇ ਉਹਦੇ ਨਾਲ ਉਲਟ ਜਾ ਪਾਏ, ਉਹਦੀ ਨੇੜਤਾ ਨਾ, ਉਹਦੇ ਨੇੜੇ ਨਾ ਹੋਈ, ਉਹਦੀ ਸੰਗਤ ਨਾ ਕਰੀ, ਨਹੀਂ ਤਾਂ ਤੈਨੂੰ ਜਿਹੜਾ ਹੈਗਾ ਕੋਈ ਨਾ ਕੋਈ ਜਿਹੜਾ ਹੈਗਾ ਪ੍ਰਸਾਦ ਮਿਲ ਜਾਣਾ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਝੂਠੇ ਕੀ ਰੇ ਝੂਠ ਪਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ ਰਹਾਓ। ਕਹਿੰਦੇ ਉਹ ਝੂਠੇ ਦੀ ਝੂਠੀ ਪ੍ਰੀਤ ਹੈ, ਝੂਠ ਦੇ ਨਾਲ ਪ੍ਰੀਤ ਹੈ, ਝੂਠਾ ਹੈ ਬੰਦਾ। ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ। ਇਹ ਮੇਰੇ ਮਨਾ ਛੁਟਕੀ ਰੇ ਮਨ ਛੁਟਕੀ ਰੇ। ਮਨਾ ਦੇਖ ਲਾ ਪਿਆਰਿਆ, ਦੇਖ ਲਾ ਸਾਕਤ ਸੰਗ ਨਾ ਛੁਟਕੀ ਰੇ। ਐਸੀ ਸਾਕਤ ਦੀ ਸੰਗਤ ਹੈਗੀ ਭਾਈ। ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ। ਦੇਖ ਮਾਇਆ ਜਿਹੜੀ ਕਾਲਕ ਜਿਹੜੀ ਹੈਗੀ ਆ ਤੇਰੇ ਅੰਦਰ ਲੱਗ ਜਾਣੀ ਆ, ਫਿਰ ਉਹ ਨਿਕਲਣੀ ਨਹੀਂ ਹੈ ਜੇ ਸਾਕਤ ਦੀ ਸੰਗਤ ਕਰੇਗਾ ਤੇ। ਕਿਉਂਕਿ ਕਿਤੇ ਨਾ ਕਿਤੇ ਜਿਹੜੀ ਹੈਗੀ ਆਪਾਂ ਨੂੰ ਜਿਹੀ ਜੀ ਸੰਗਤ ਉਹੀ ਜੀ ਰੰਗਤ ਆ ਜਾਣੀ ਹੈ। ਝੂਠੇ ਕੀ ਰੇ ਝੂਠ ਪ੍ਰੀਤ ਹੈ, ਝੂਠੇ ਦੀ ਝੂਠੀ ਪ੍ਰੀਤ ਹੈ। ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ। ਉਹ ਤੇਰੇ ਅੰਦਰੋਂ ਜਿਹੜੀ ਹੈਗੀ ਆ ਉਹ ਕਾਲਕ ਨਹੀਂ ਨਿਕਲਣੀ ਪਾਏ, ਸਾਕਤ ਦੀ ਸੰਗਤ ਕਰੇਗਾ ਤਾਂ। ਰਹਾਓ ਜਿਉ ਕਾਜਰ ਭਾਰੇ ਮੰਦਰ ਰਾਖਿਓ, ਜੋ ਪੈਸੇ ਕਾਲੂ ਕੀ ਰੇ। ਜਿਵੇਂ ਦੇਖ ਲਾ ਪਾਏ
ਕਿ ਕਾਲਕ ਦਾ ਕੱਜਲ ਦੀ ਕੋਠੜੀ ਹੈਗੀ, ਮੰਦਰ ਹੈਗਾ, ਉਹਦੇ ਵਿੱਚ ਜਿਹੜਾ ਵੀ ਬੜੂਗਾ ਕਹਿੰਦੇ ਕਿਤੇ ਨਾ ਕਿਤੇ ਕਾਲਕ ਤਾਂ ਲੱਗਣੀ ਹੈ ਭਾਈ। ਜਿਉਂ ਕਾਜਰ ਭਰੇ ਮੰਦਰ ਰਾਖਿਓ, ਜੋ ਪੈਸੇ ਕਾਲੂ ਕੀਰੇ। ਇਸ ਤਰ੍ਹਾਂ ਜਿਹੜੀ ਸਾਕਤ ਦੀ ਸੰਗਤ ਆ ਭਾਈ। ਦੂਰੋਂ ਹੀ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ। ਬਸ ਜਿਹਦੀ ਤ੍ਰਿਕੁਟੀ ਛੁੱਟ ਗਈ ਭਾਈ, ਜਿਹਨੇ ਗੁਰੂ ਦੀ ਮੱਤ ਲੈ ਲਈ ਤੇ ਉਹ ਤਾਂ ਦੂਰੋਂ ਹੀ ਭੱਜ ਜਾਊਗਾ ਭਾਈ। ਦੂਰੋਂ ਹੀ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ। ਨਹੀਂ ਤਾਂ ਇਹ ਤ੍ਰਿਕੁਟੀ ਤੇ ਨਹੀਂ ਛੁੱਟਣੀ ਭਾਈ। ਇਸ ਤ੍ਰਿਕੁਟੀ ਤੋਂ ਉੱਪਰ ਚੌਥੇ ਪਾਤਸ਼ਾਹ ਆਪਾਂ ਜਾ ਹੀ ਨਹੀਂ ਸਕਦੇ। ਤ੍ਰਿਗੁਣੀ ਮਾਇਆ ਜਿਹੜੀ ਹੈਗੀ, ਇਹਨੂੰ ਜਿਹੜੇ ਹੈਗੇ ਇਸ ਤੋਂ ਉੱਪਰ ਉੱਠ ਹੀ ਨਹੀਂ ਸਕਦੇ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀ ਰਹੇ। ਹੇ ਮੇਰੇ ਮਾਲਕਾ, ਹੇ ਕਿਰਪਾ ਦੇ ਖਜ਼ਾਨਿਆਂ, ਮੈਨੂੰ ਦਾਨ ਦੇ, ਮੇਰੇ ਉੱਤੇ ਬਖਸ਼ਿਸ਼ ਕਰ ਮਾਲਕਾ। ਮੈਨੂੰ ਜਿਹੜੀ ਹੈਗੀ ਸਾਕਤਾਂ ਦਾ ਸੰਗ ਨਾ ਦਈ, ਮੈਂ ਸਾਕਤਾਂ ਦੀ ਸੰਗਤ ਤੋਂ ਪਰੇ ਰਵਾਂ। ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀ ਰਹੇ, ਮੈਂ ਕਿਤੇ ਸਾਕਤਾਂ ਦੇ ਨਾਲ ਮੂੰਹ ਨਾ ਜੋੜ ਲਵਾਂ ਆਪਣਾ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀ ਰਹੇ। ਜਨ ਨਾਨਕ ਦਾਸ ਕੋ ਕਰਿਓ, ਮੇਰਾ ਮੂੰਡ ਸਾਧ ਪਗਾਂ ਹੇਠ ਰੁਲ ਸੀ ਰੇ। ਹੇ ਮੇਰੇ ਮਾਲਕਾ, ਤੇਰੀ ਭਗਤੀ ਕਰਨ ਵਾਲੇ ਤੇਰੇ ਦਾਸ ਹੈਗੇ, ਉਹਨਾਂ ਦੇ ਦਾਸਾਂ ਦਾ ਮੈਨੂੰ ਦਾਸ ਕਰ, ਔਰ ਮੈਂ ਜਿਹੜਾ ਹੈਗਾ ਉਹਨਾਂ ਦੇ ਥੱਲੇ ਮੇਰਾ ਸਿਰ ਰਹੇ, ਉਹਨਾਂ ਦੇ ਪੈਰਾਂ ਦੇ ਹੇਠ ਮੇਰਾ ਸਿਰ ਰਹੇ। ਮੈਂ ਉਹਨਾਂ ਦੀ ਮੱਤ ਲਵਾਂ, ਆਪਣੀ ਮੱਤ ਛੱਡਾਂ। ਜਨ ਨਾਨਕ ਦਾਸ ਕੋ ਕਰਿਓ, ਮੇਰਾ ਮੂੰਡ ਸਾਧ ਪਗਾਂ ਹੇਠ ਰੁਲਸੀ ਰੇ। ਮੈਂ ਹਮੇਸ਼ਾ ਸਾਧੂਆਂ ਦੀ ਜਿਹੜੀ ਹੈ, ਬ੍ਰਹਮ ਗਿਆਨੀਆਂ ਦੀ ਸੰਗਤ ਕਰਦੇ ਰਵਾਂ। ਇਹ 4 ਸੀਗੇ ਜੀ। ਇਸ ਤੋਂ ਅੱਗੇ ਜਿਹੜਾ ਹੈਗਾ ਫਿਰ ਲੜੀ ਸ਼ੁਰੂ ਹੋਏਗੀ। ਰਾਗ ਦੇਵ ਗੰਧਾਰੀ ਮਹੱਲਾ 5ਵਾਂ, ਕਰ 7ਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਮੇਰੇ ਖਿਆਲ ਇੱਕੋ ਹੀ ਸ਼ਬਦ ਹੈ ਜੀ ਇਸ ਲੜੀ ਦਾ, ਕਮਾਲ ਆ। ਇਸ ਤੋਂ ਬਾਅਦ 3 ਸ਼ਬਦ 9ਵੀਂ ਪਾਤਸ਼ਾਹੀ ਦੇ ਹੈਗੇ। ਰਾਗ ਦੇਵ ਗੰਧਾਰੀ ਮਹੱਲਾ 5ਵਾਂ, ਕਰ 7ਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਭ ਦਿਨ ਕੇ ਸਮਰੱਥ ਪੰਥ ਬੀਠਲੇ, ਹਾਂ ਬਲ ਜਾਉ। गावन पावन संतन तोरै, चरण वहाँ के पाँव। जासन बासन सहज केल करुणा में, एक अनंत अनुपै ठाऊं। ਇਹ ਜਿਹੜਾ ਹੈਗਾ, ਸਭ ਦਿਨ ਕੇ ਸਮਰੱਥ ਪੰਥ ਬੀਠਲੇ, ਹਾਂ ਬਲ ਜਾਉ। ਸਭ ਦਿਨ ਕੇ ਸਮਰੱਥ ਪੰਥ ਬੀਠਲੇ, ਬੀਠਲ ਕਹਿੰਦੇ ਆ ਪਰਮਾਤਮਾ ਨੂੰ। ਪਰਮਾਤਮਾ ਦਾ ਰਸਤਾ ਦਿਖਾਉਣ ਵਾਲੇ, ਹਮੇਸ਼ਾ ਹੀ ਪਰਮਾਤਮਾ ਦਾ ਰਸਤਾ ਦਿਖਾਉਣ ਵਾਲੇ ਕੌਣ ਹੈਗੇ ਭਾਈ? ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਹੈ। ਉਹ ਮਾਲਕ ਪਰਮਾਤਮਾ ਜਿਹੜਾ ਅਬਨਾਸੀ ਮਾਲਕ ਪਰਮਾਤਮਾ ਹੈਗਾ, ਉਹਦਾ ਰਸਤਾ ਦਿਖਾਉਣ ਵਾਲੇ, ਹਮੇਸ਼ਾ ਹੀ ਉਹਦਾ ਰਸਤਾ, ਉਹਦਾ ਮਾਲਕ ਪਰਮਾਤਮਾ ਦਾ ਰਸਤਾ ਦੱਸਣ ਵਾਲੇ, ਉਹਨਾਂ ਤੋਂ ਮੈਂ ਬਲਿਹਾਰ ਜਾਣਾ ਹੈ। ਸਭ ਦਿਨ ਕੇ ਸਮਰੱਥ ਪੰਥ ਬੀਠਲੇ, ਹਾਂ ਬਲ ਜਾਉ। ਗਾਵਨ ਭਾਵਨ ਸੰਤਨ ਤੋਰੈ, ਚਰਨ ਵਹਾਂ ਕੇ ਪਾਉ ਰਹਾਓ। ਕਹਿੰਦੇ ਉਹ ਤਾਂ ਭਗਤੀ ਕਰਨ ਵਾਲੇ ਆ, ਗਾਉਣ ਵਾਲੇ ਆ, ਭਾਵਨ ਵਾਲੇ, ਤੈਨੂੰ ਭਾ ਜਾਂਦੇ ਆ। ਭਾਵਨਾ ਦੇ ਨਾਲ ਜਿਹੜੇ ਤੇਰੀ ਭਗਤੀ ਕਰਦੇ ਆ, ਤੇਰੇ ਸੰਤ। ਚਰਨ ਵਹਾਂ ਕੇ ਪਾਉ, ਮੈਂ ਮਾਲਕਾ ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲੇ, ਮੈਂ ਉਹਨਾਂ ਦੇ ਚਰਨ ਪਾ ਲਾਂ, ਮੈਂ ਉਹਨਾਂ ਦੀ ਸੰਗਤ ਕਰਾਂ। ਰਹਾਓ ਜਾਸਨ ਬਾਸਨ ਸਹਿਜ ਕੇਲ ਕਰੁਣਾ ਮੈਂ, ਏਕ ਅਨੰਤ ਅਨੂਪੈ ਠਾਉ। ਜਾਸਨ ਬਾਸਨ, ਜਾਸਨ ਮਤਲਬ ਜਿਹੜੇ ਹੈਗੇ ਜਸ, ਮਾਲਕ ਪਰਮਾਤਮਾ ਦਾ ਜਸ। ਬਾਸਨ ਦੇ 3 ਅਰਥ ਹੈਗੇ। ਬਾਸਨ ਦੇ ਭਾਂਡੇ ਵੀ ਹੁੰਦੇ, ਭਾਂਡੇ ਬਾਸ ਵੀ ਹੁੰਦੀ ਹੈ, ਬਾਸਨਾ ਤੇ ਬਸਣਾ ਵੀ ਹੁੰਦਾ ਹੈ। ਜਾਸਨ ਤੇਰੇ ਜਸ ਦੀ ਬਾਸ, ਤੇਰੇ ਜਸ ਦੀ ਖੁਸ਼ਬੂ ਆਉਂਦੀ ਉਹਨਾਂ ਦੇ ਅੰਦਰ, ਸਹਿਜ ਅਵਸਥਾ ਦੇ ਵਿੱਚ ਹੁੰਦੇ ਆ। ਸਹਿਜ ਕੇਲ ਕਹਿੰਦੇ ਖੁਸ਼ਹਾਲੀ, ਖੁਸ਼ੀ ਕਰਨੀ।
ਕਰੁਣਾਮੈ ਦਿਆਲੂ, ਹੇ ਦਇਆ ਦੇ ਸਾਗਰ, ਏਕ ਅਨੰਤ ਅਨੂਪ ਹੈ ਠਾਉ। ਤੂੰ ਇੱਕੋ ਹੀ ਹੈਗਾ ਅਨੰਤ ਦੇ ਵਿੱਚ, ਤੇਰਾ ਠਾਉ ਅਨੂਪ ਹੈਗਾ ਹਿਰਦੇ ਦੇ ਵਿੱਚ, ਜਿਹੜਾ ਹਿਰਦਾ ਜਿੱਥੇ ਤੂੰ ਪ੍ਰਗਟ ਹੋ ਜਾਂਦਾ ਹੈ, ਜਿੱਥੇ ਸਹਿਜ ਅਵਸਥਾ ਆ ਜਾਂਦੀ ਹੈ, ਜਿੱਥੇ ਤੇਰਾ ਜਸ ਹੁੰਦਾ ਹੈ, ਤੇਰੀ ਖੁਸ਼ਬੂ ਆ ਜਾਂਦੀ ਹੈ। ਰਿੱਧ ਸਿੱਧ ਨਿੱਧ ਕਰਤਲ ਜਗ ਜੀਵਨ, ਸਰਬਨਾਥ ਅਨੇਕੈ ਨਾਉ। ਰਿੱਧੀਆਂ ਸਿੱਧੀਆਂ ਤੇ ਨਿੱਧੀਆਂ ਖਜ਼ਾਨੇ ਸਾਰੇ ਤੇਰੀ ਤਲੀ ਦੇ ਉੱਤੇ ਪਏ ਹੋਏ ਆ। ਜਗ ਦੇ ਜੀਵਨਾ ਸਾਰਿਆਂ ਦੇ ਮਾਲਕ, ਅਨੇਕੇ ਨਾਮ, ਤੇਰੇ ਅਨੇਕਾਂ ਹੀ ਨਾਮ ਹੈਗੇ। ਦਇਆ ਮਾਇਆ ਕਿਰਪਾ ਨਾਨਕੋ, ਸੁਨ ਸੁਨ ਜਸ ਜੀਵਾਉ। ਮੇਰੇ ਉੱਤੇ ਮਿਹਰ ਕਰ ਮਾਲਕਾ, ਮੇਰੇ ਉੱਤੇ ਦਇਆ ਕਰ, ਮੇਰੇ ਉੱਤੇ ਕਿਰਪਾ ਕਰ। ਮੈਂ ਤੇਰਾ ਜਸ ਸੁਣ ਸੁਣ ਕੇ ਇਹ ਆਤਮਿਕ ਰੂਪ ਤੇ ਜਿੰਦਾ ਹਰਾਵਾਂ। ਮੈਂ ਉਹਨਾਂ ਬ੍ਰਹਮ ਗਿਆਨੀਆਂ ਤੋਂ ਮੈਂ ਤੇਰਾ ਜਸ ਸੁਣਦੇ ਰਵਾਂ, ਉਹਨਾਂ ਦੀ ਸੰਗਤ ਕਰਦੇ ਰਵਾਂ, ਉਹਨਾਂ ਤੋਂ ਜਿਹੜਾ ਹੈਗਾ ਪੰਥ, ਜਿਹੜਾ ਰਸਤਾ ਜਿਹੜਾ ਹੈਗਾ ਮੈਂ ਜਾਣਦੇ ਰਹਾਂ, ਰਸਤੇ ਨੂੰ ਸਮਝਦਾ ਰਵਾਂ। ਸਭ ਦਿਨ ਕੇ ਸਮਰੱਥ ਪੰਥ ਬੀਠਲੇ, ਹਾਂ ਬਲ ਬਲ ਜਾਉ। ਗਾਵਨ ਭਾਵਨ ਸੰਤਨ ਤੋਰੇ, ਚਰਨ ਵਹਾਂ ਕੇ ਪਾਉ। ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹਮੇਸ਼ਾ ਹੀ ਪਾਉਂਦਾ ਰਵਾਂ। ਜਿਹੜਾ ਤੇਰਾ ਧਿਆਨ ਸਿਮਰਨ ਕਰਦੇ ਆ, ਤੈਨੂੰ ਪਾਉਂਦੇ ਆ, ਤੈਨੂੰ ਭਾ ਗਏ ਆ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹੱਲਾ ਨੌਵਾਂ। यह मन नैक न कहो करै, सीख सिखाए रहो अपनी सी, दुर्मत ते न टरै रहाओ। ਨੌਵੀਂ ਪਾਤਸ਼ਾਹੀ ਦੇ ਸ਼ਬਦਾਂ ਦੀ ਇਸ ਤਰ੍ਹਾਂ ਦੀ ਬਣਤਰ ਹੈਗੀ। ਇਹਦੇ ਵਿੱਚ ਰਹਾਓ ਜਿਹੜਾ ਹੈਗਾ ਹਮੇਸ਼ਾ ਪਹਿਲਾਂ ਆਏਗਾ। ਬਾਕੀ ਜਿਹੜੇ ਹੈਗੇ ਸ਼ਬਦਾਂ ਦੇ ਵਿੱਚ ਕਿਤੇ ਰਹਾਓ ਉੱਪਰ ਆ ਜਾਂਦਾ, ਕਿਤੇ ਜਿਹੜਾ ਹੈ ਬਾਅਦ ਵਿੱਚ ਆ ਜਾਂਦਾ। ਜ਼ਿਆਦਾਤਰ ਮੈਜੋਰਟੀ ਦੇ ਵਿੱਚ ਜਿਹੜਾ ਹੈਗਾ ਰਹਾਓ ਜਿਹੜਾ ਹੈਗਾ ਸੈਕਿੰਡ ਨੰਬਰ ਉਹਦੇ ਉੱਤੇ ਆਉਂਦਾ ਹੈ। ਪਹਿਲੇ ਬੰਦ ਦੇ ਥੱਲੇ ਆਉਂਦਾ ਰਹਾਓ, ਦੋਨੋਂ ਮਿਲ ਕੇ ਇੱਕ ਬਣਦੇ ਆ। ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਜਿਹੜੇ ਹੈਗੇ ਇਹਨਾਂ ਦੇ ਵਿੱਚ ਰਹਾਓ ਪਹਿਲਾਂ ਹੁੰਦਾ। ਯਹ ਮਨ ਨੈਕ ਨਾ ਕਹਿਓ ਕਰੈ, ਕਹਿੰਦੇ ਮੇਰਾ ਮਨ ਜਿਹੜਾ ਹੈਗਾ, ਦੇਖੋ ਕਿੰਨਾ ਸਟਰੋਂਗ ਮਨ ਬਣਾਇਆ ਮਾਲਕ ਪਰਮਾਤਮਾ ਨੇ। ਕਹਿੰਦੇ ਮਾੜਾ ਜਿਹਾ ਵੀ ਨਹੀਂ ਸੁਣਦਾ। ਜਿੰਨਾ ਮਰਜ਼ੀ ਗਿਆਨ ਦੇ ਦਿਓ, ਜਿੰਨਾ ਮਰਜ਼ੀ ਗਿਆਨ ਦੇ ਦਿਓ, ਜਿੰਨੀ ਮਰਜ਼ੀ ਸਿੱਖਿਆ ਦੇ ਦਿਓ, ਉਸ ਟਾਈਮ ਦਰਵਿਤ ਹੋ ਜਾਏਗਾ। ਬਾਅਦ ਵਿੱਚ ਜਿਹੀ ਜੀ ਸੰਗਤ ਬਾਅਦ ਵਿੱਚ ਫਿਰ ਵਾਪਸ ਉਸੇ ਤਰ੍ਹਾਂ ਕੁੱਤੇ ਦੀ ਪੂਛ ਵਾਂਗੂ ਵਾਪਸ ਹੋ ਜਾਂਦਾ। ਉਸ ਤਰ੍ਹਾਂ ਹੀ ਟੇਢਾ ਹੋ ਜਾਂਦਾ ਹੈ। ਯਹ ਮਨ ਨੈਕ ਨਾ ਕਹਿਓ ਕਰੈ, ਮਾੜਾ ਜਿਹਾ ਵੀ ਨਹੀਂ ਭਾਈ ਮੰਨਦਾ। ਉਹ ਗੁਰੂ ਦੀ ਮੱਤ, ਜਿਵੇਂ ਗੁਰੂ ਕਹਿ ਰਿਹਾ, ਜਿਵੇਂ ਗਿਆਨ ਕਰ ਰਿਹਾ ਵੀ ਮਾੜਾ ਜਿਹਾ ਵੀ ਨਹੀਂ ਜਿਹੜਾ ਹੈਗਾ ਟਸ ਤੋਂ ਮਸ ਹੁੰਦਾ। ਵੀਰ ਜੀ ਇਹ ਸੁਣ ਕੇ ਥੋੜਾ ਜਿਹਾ ਪ੍ਰਭਾਸ ਹੋਦਾ ਵੀ ਅਸੀਂ ਇਕੱਲੇ ਨਹੀਂ ਹੈਗੇ, ਇਹਨਾਂ ਦਾ ਮਨ ਟਿਕਦਾ ਨਹੀਂ। ਇਹ ਮਨ ਨੈਕ ਨਾ ਕਹਿਓ ਕਰੈ, ਸੀਖ ਸਿਖਾਏ ਰਹੋ ਆਪਣੀ ਸੀ, ਦੁਰਮਤ ਤੇ ਨਾ ਟਰੈ ਰਹਾਓ। ਕਹਿੰਦੇ ਕਿੰਨੀ ਸਿੱਖਿਆ ਦੇ ਕੇ ਮੈਂ ਇਹਨੂੰ, ਕਿੰਨੀ ਸਿੱਖਿਆ ਦਿੱਤੀ ਇਹਨੂੰ, ਸੀਖ ਸਿਖਾਏ ਰਹੋ ਆਪਣੀ ਸੀ, ਕਿੰਨੀ ਸਿੱਖਿਆ ਦੇ ਕੇ ਮੈਂ ਰਹਿ ਗਿਆ। ਇਹ ਦੁਰਮਤ ਤੇ ਨਾ ਟਰੇ, ਕਹਿੰਦੇ ਭੈੜੀ ਮੱਤ ਤੋਂ ਟਰਦਾ ਨਹੀਂ ਹੈ, ਫਿਰ ਦਾ ਮਾਰ ਜਾਂਦਾ ਹੈ। ਸੀਖ ਸਿਖਾਏ ਰਹੋ ਆਪਣੀ ਸੀ, ਦੁਰਮਤ ਤੇ ਨਾ ਟਰੈ ਰਹਾਓ। ਮਦ ਮਾਇਆ ਕੇ ਭਇਓ ਬਾਵਰੋ, ਹਰ ਜਸ ਨਹਿ ਉਚਰੈ। ਕਹਿੰਦੇ ਮਾਇਆ ਦੇ ਨਸ਼ੇ ਦੇ ਵਿੱਚ ਇੰਨਾ ਪਾਗਲ ਹੋਇਆ ਪਿਆ ਆ, ਬਾਵਰਾ ਹੋਇਆ ਪਿਆ ਹੈ, ਅਤੇ ਪਰਮੇਸ਼ਰ ਦਾ ਜਸ ਭਗਤੀ ਜਿਹੜੀ ਹੈਗੀ ਆ ਇਹਨੂੰ ਨਹੀਂ ਉਚਰਦਾ, ਨਹੀਂ ਕਰਦਾ। ਕਰ ਪਰਪੰਚ ਜਗਤ ਕੋ ਡਹਿ ਕੇ ਆਪਣੋ ਉਦਰ ਭਰੈ। ਕਹਿੰਦੇ ਪਰਪੰਚ ਕਰਕੇ, ਬੜਾ ਡਰਾਮਾ ਕਰਕੇ ਜਿਹੜਾ ਹੈਗਾ ਇਸ ਸੰਸਾਰ ਨੂੰ ਲੁੱਟਦਾ ਹੈ। ਡਹਿ ਕੇ ਦਾ ਮਤਲਬ ਹੈ ਜਿਹੜਾ ਡਾਕਾ ਮਾਰਨਾ। ਕਰ ਪਰਪੰਚ ਜਗਤ ਕੋ ਡਹਿ ਕੇ ਆਪਣੋ ਉਦਰ ਭਰੈ, ਅਤੇ ਆਪਣਾ ਢਿੱਡ ਭਰਦਾ ਹੈ ਭਾਈ। ਸਵਾਨ ਪੂਛ ਜਿਉਂ ਹੋਏ ਨਾ ਸੁਧੋ, ਕਹਿਓ ਨਾ ਕਾਨ ਧਰੈ। ਕਹਿੰਦੇ ਜਿਵੇਂ ਕੁੱਤੇ ਦੀ ਪੂਛ ਹੈ, ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਉਵੇਂ ਕਹਿੰਦੇ ਆ ਜਿੰਨਾ ਮਰਜ਼ੀ ਇਹਨੂੰ ਗਿਆਨ ਦੇ ਲਓ, ਮਾੜਾ ਜਿਹਾ ਵੀ ਇਹਦੇ ਕੰਨ ਦੇ ਉੱਤੇ ਜੂੰ ਵੀ ਨਹੀਂ ਰਿੰਗਦੀ, ਜਰਾ ਵੀ ਨਹੀਂ ਗਿਆਨ ਨੂੰ ਫੜਦਾ। ਕਹੋ ਨਾਨਕ ਭਜ ਰਾਮ ਨਾਮ, ਨਿਤ ਜਾਤੇ ਕਾਜ ਸਰੈ। ਲਓ ਆਹ ਦੇਖੋ ਨੁਕਤਾ ਦੇ ਗਏ ਆਖਰੀ ਦੇ ਵਿੱਚ। ਕਹਿੰਦੇ ਹੋਰ ਕੋਈ ਚਾਰਾ ਹੀ ਨਹੀਂ ਹੈ ਪਿਆਰਿਆ। ਨਿਤ ਜਿਹੜਾ ਹੈਗਾ ਧਿਆਨ ਸਿਮਰਨ ਕਰਨਾ ਪਊਗਾ, ਰਾਮ ਦਾ ਨਾਮ ਨਿਤ ਭਜਨ ਕਰਨਾ ਪਊਗਾ। ਨਿਤ ਜਾਂ ਤੇ ਕਾਜ ਸਰੇ, ਕਹਿੰਦੇ ਇਸੇ ਦੇ ਨਾਲ ਕੰਮ ਸਰਨਾ ਹੈ ਪਿਆਰਿਆ।
ਨਹੀਂ ਤਾਂ ਜਿਹੜਾ ਹੈਗਾ ਦੇਖ ਲਾ ਆ ਮਨ ਕਿਹੋ ਜਿਹਾ ਹੈਗਾ ਪਤੰਦਰ, ਨਹੀਂ ਬਸ ਚ ਆਉਣਾ। ਵੀਰ ਜੀ ਹਾਂਜੀ ਇਹ ਭਾਈ ਸਾਹਿਬ ਨੇ ਮਨ ਦੀ ਗੱਲ ਕੀਤੀ ਹੈ ਵੀ ਇਹੀ ਪ੍ਰਪੰਚ ਆ, ਇਹੀ ਤਾਂ ਲੀਲਾ ਵਾ, ਇਹੀ ਤਾਂ ਮਾਇਆ ਵਾ। ਬਿਲਕੁਲ ਇਹੀ ਖੇਡ ਹੈ, ਇਹੀ ਖੇਡ ਵਾਸਤੇ, ਇਹਨੂੰ ਜਿੱਤਣ ਵਾਸਤੇ ਆਏ, ਇਹੀ ਗੇਮ ਹੈਗੀ ਆਪਣੀ ਭਾਈ, ਇਹੀ ਮਨ ਵਾਲੀ ਤਾਂ ਪਾਰ ਦੀ ਗੇਮ, ਮਨ ਦੇ ਪਾਰ ਦੀ ਗੇਮ। ਹਾਂ ਹਾਂਜੀ, ਮਨ ਤੋਂ ਅੱਗੇ ਜਾਣਾ, ਮਨ ਦੇ ਨਾਲ ਹੀ ਮੈਚ ਹੈਗਾ ਆਪਣਾ ਭਾਈ। ਬਸ ਆਪਾਂ ਬਾਹਰ ਸੋਚਦੇ ਹਾਂ। ਇੱਕ ਚੀਜ਼ ਹੋਰ ਦੇਖੀ ਜਾ ਰਹੀ ਸੀ ਕਿ ਜੇ ਆਪਾਂ ਤ੍ਰੈਗੁਣੀ ਕਹਿ ਦਿੰਦੇ, ਦੇਖੋ ਇੱਕ ਤਾਂ ਉਹ ਵੀ ਤ੍ਰੈਗੁਣੀ ਹੈ, ਮਤਲਬ ਜਿੱਦਾਂ ਜਾਗਤ ਸਪਨ ਤੇ ਸੁਖਾਪਤੀ, ਤੇ ਉਹ ਵੀ ਤ੍ਰੈਗੁਣੀ ਹੈ ਰਜੋ ਤਮੋ ਸਤੋ। ਉਹ ਵੀ ਤ੍ਰੈਗੁਣੀ ਹੈ ਕਿ ਸਰੀਰ ਪ੍ਰਾਣ ਤੇ ਮਨ, ਹਨਾ, ਸਾਰਾ ਕੁਛ ਹੀ ਤ੍ਰੈਗੁਣੀ। ਚੌਥੇ ਪਦ ਇਹਦਾ ਮਤਲਬ ਚੌਥੇ ਪਦ ਦਾ ਮਤਲਬ ਸਾਰੀਆਂ ਚੀਜ਼ਾਂ ਚੌਥੇ ਪਦ ਚ ਸਾਰੀਆਂ ਕੰਬਾਈਨ ਹੋ ਕੇ ਮਤਲਬ ਤਿੰਨੇ ਖਤਮ ਹੋ ਕੇ ਆਉਣੀਆਂ। ਨਹੀਂ, ਇਹਨਾਂ ਨੂੰ ਜਿੱਤਿਆ ਜਾਣਾ, ਇਹਨਾਂ ਦੇ ਉੱਪਰ ਉੱਠ ਜਾਣਾ, ਇਹਨਾਂ ਦਾ ਅਸਰ ਜਿਹੜਾ ਹੈਗਾ ਉਹ ਜਿਹੜਾ ਹੈਗਾ ਆਪਾਂ ਨਹੀਂ ਕਬੂਲਣਾ, ਇਹਨਾਂ ਤਾਂ ਇਹ ਗੇਮ ਜਿੱਤੀ ਜਾਣੀ ਹੈ। ਇਸ ਤੋਂ ਉੱਪਰ ਉੱਠਣਾ, ਮਨ ਤੋਂ ਅੱਗੇ ਜਾਣਾ ਜੀ, ਮਨ ਤੋਂ ਅੱਗੇ ਜਾਣਾ ਹੈ, ਬਸ ਮਨ ਦੇ ਵਿੱਚ ਹੀ ਵੜਨਾ ਹੈ, ਮਨ ਦੇ ਨਾਲ ਹੀ ਗੇਮ ਹੈਗੀ ਹੈ। ਸੁਰਤ ਮਨ ਦੇ ਵਿੱਚ ਵੜੂਗੀ ਤਾਂ ਜਾ ਕੇ ਇਹ ਜਿਹੜਾ ਹੈਗਾ ਮਨ ਜਿਹੜਾ ਹੈਗਾ, ਮਨ ਦੀਆਂ ਅੱਖਾਂ ਕੀ ਹੈਗੀਆਂ? ਸੁਰਤ। ਬਸ ਸੁਰਤ ਨੂੰ ਸੰਭਾਲ ਲਓ ਆਪਣੀ ਨੂੰ, ਸੁਰਤ ਨੂੰ ਮਨ ਦੇ। ਕਿਸੇ ਜਗ੍ਹਾ ਤੇ ਇਹ ਵੀ ਆਇਆ ਸੀ ਨਾ ਕਿ ਮਨ ਜਿਹੜਾ ਮਨ ਦੇ ਦੋ ਮਨ ਨੇ, ਮਤਲਬ ਇੱਕ ਆਤਮਾ, ਇੱਕ ਉਹਦੀ ਪਰਛਾਈ, ਹਨਾ, ਆਤਮਾ ਦੇ ਉੱਤੇ ਹੀ ਜਿਹੜੀ ਕਾਲਕ ਚੜੀ ਹੋਈ ਆ ਉਹਨੂੰ ਮਨ ਕਹਿੰਦੇ ਆ। ਬਸ ਆਤਮਾ ਹੀ ਹੈਗੀ ਹੈ, ਮਨ ਤਾਂ ਹੈ ਨਹੀਂ ਕੁਛ ਵੀ। ਮਨ ਸਿਰਫ ਜਿਹੜਾ ਹੈਗਾ ਉਹਦੀ ਪਰਛਾਈ ਹੈ, ਕਾਲਕ ਹੈ, ਕਾਲਕ ਚੜੀ ਹੋਈ ਹੈ, ਮਾਇਆ ਦੀ ਕਾਲਕ ਚੜੀ ਹੋਈ ਹੈ। ਬਸ ਇਹੀ ਹੈ। ਤਾਂ ਹੀ ਕਹਿੰਦੇ ਜੋਤ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹਾਂ, ਜੋਤ ਸਰੂਪ ਹੈ, ਮੂਲ ਨਹੀਂ, ਕਿਉਂਕਿ ਉਹਦੇ ਉੱਤੇ ਕਾਲਕ ਐਸੀ ਚੜ ਗਈ ਹੈ। ਬਲਬ ਦੇ ਉੱਤੇ ਕਿੰਨਾ ਮਰਜ਼ੀ ਕਾਲਾ ਕਰ ਦੋ, ਬਲਬ ਦਾ ਪ੍ਰਕਾਸ਼ ਨਹੀਂ ਆਉਣਾ। ਬਸ ਉਹ ਚੀਜ਼ ਹੈਗੀ ਹੈ। ਮਨ ਪੈਦਾ ਹੋਣ ਤੋਂ ਬਾਅਦ ਬਣਦਾ, ਬੱਚੇ ਦਾ ਮਨ ਬਹੁਤ ਘੱਟ ਹੁੰਦਾ। ਹਾਂ ਬਿਲਕੁਲ ਸਹੀ ਗੱਲ ਹੈ, ਬਿਲਕੁਲ ਠੀਕ ਹੈ। ਜਾਣਾ ਆਪਾਂ ਬੈਕ ਜਾਣਾ। ਹਾਂ, ਬੱਚਾ ਪਿਓਰ ਆਉਂਦਾ ਹੈ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਦੇਵ ਗੰਧਾਰੀ ਮਹਲਾ 9ਵਾਂ। ਸਭ ਕੁਛ ਜੀਵਤ ਕੋ ਵਿਵਹਾਰ ਕਹਿੰਦੇ ਸਾਰਾ ਕੁਝ ਦੇਖ ਲਾ ਪਿਆਰਿਆ, ਦੁਨੀਆ ਦੇ ਵਿੱਚ ਹੈਗਾ ਨਾ, ਜਦ ਤੱਕ ਤੂੰ ਜਿਉਂਦਾ ਹੈਗਾ, ਸਾਰਾ ਜਿਹੜਾ ਹੈਗਾ, ਜਿੰਨੇ ਵੀ ਰਿਸ਼ਤੇਦਾਰੀਆਂ, ਜੋ ਕੁਝ ਮਾਇਆ, ਜੋ ਵੀ ਪਦਾਰਥ, ਜੋ ਵੀ ਤੇਰੀ ਜਿਹੜੀ ਹੈਗੀ, ਇਹ ਸਾਰਾ ਜਿਹੜਾ ਹੈਗਾ ਧਨ ਦੌਲਤ, ਸਾਰਾ ਤੇਰੇ ਜਿਉਣ ਤੱਕ ਹੀ ਹੈ ਪਿਆਰਿਆ। ਬਸ ਸਰੀਰ ਹੈਗਾ ਤਦ ਤੱਕ। ਸਭ ਕੁਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਦਪ ਔਰ ਫੁਨ ਗ੍ਰਹਿ ਕੀ ਨਾਰ ਰਹਾਓ। ਦੇਖ ਲਾ, ਮਾਂ ਪਿਓ, ਬੱਚੇ, ਰਿਸ਼ਤੇਦਾਰ ਤੇ ਔਰ ਘਰ ਵਾਲੀ ਜਾਂ ਘਰ ਵਾਲਾ, ਸਾਰਾ ਜਿਉਂਦੇ ਦਾ ਵਿਵਹਾਰ ਹੈ ਭਾਈ। ਰਹਾਓ ਤਨ ਤੇ ਪ੍ਰਾਨ ਹੋਤ ਜਬ ਨਿਆਰੇ, ਤੇਰਤ ਪ੍ਰੇਤ ਪੁਕਾਰ। ਕਹਿੰਦੇ ਜਦ ਹੀ ਸਰੀਰ ਤੋਂ ਜਿਹੜੇ ਹੈਗੇ ਪ੍ਰਾਣ ਵੱਖ ਹੋ ਜਾਂਦੇ ਆ, ਤੇ ਫਿਰ ਜਿਹੜੇ ਹੈਗੇ ਦੇਖ ਲਓ ਸਰੀਰ ਤਾਂ ਉਹੀ ਹੈਗਾ। ਕਹਿੰਦੇ ਭਾਈ ਇਹ ਪ੍ਰੇਤ ਨੂੰ ਕੱਢੋ ਫਟਾਫਟ, ਪ੍ਰੇਤ ਹੋ ਜਾਂਦਾ ਉਸੇ ਟਾਈਮ। ਦੇਖ ਲਓ, ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਤੇਰਤ ਪ੍ਰੇਤ ਪੁਕਾਰ। ਆਦ ਘੜੀ ਕੋ ਨਹਿ ਰਾਖੈ, ਕਰਤੇ ਦੇਤ ਨਿਕਾਰ। ਕਹਿੰਦੇ ਅੱਧਾ ਘੜੀ ਵੀ ਨਹੀਂ ਰੱਖਦੇ ਪਾਏ, ਘਰ ਤੋਂ ਸਾਰੇ ਘਰ ਤੋਂ ਕੱਢ ਦਿੰਦੇ ਆ। ਆਦ ਘੜੀ ਕੋ ਨਹਿ ਰਾਖੈ, ਕੋਈ ਵੀ ਨਹੀਂ ਰੱਖਦਾ ਭਾਈ। ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ, ਇਹ ਦੇਖੋ ਹਿਰਦੇ ਵਿਚਾਰ। ਫਿਰ ਪਿਆਰਿਆ ਆਪਣੇ ਦਿਲ 'ਚ ਵਿਚਾਰਦਾ ਕਿਉਂ ਨਹੀਂ ਆ? ਕਿਉਂ ਨਹੀਂ ਸੋਚਦਾ ਤੂੰ ਇਸ ਗੱਲ ਨੂੰ ਕਿ ਆਹ ਸੰਸਾਰ ਤਾਂ ਮੈਂ ਥੋੜ੍ਹਾ ਹੀ ਸਮਾਂ ਹੈਗਾ, ਸਰੀਰ ਤਾਂ ਮੇਰਾ ਜਾਣਾ ਹੀ ਹੈਗਾ। ਕਾਹਦੇ ਵਾਸਤੇ ਜਿਹੜੇ ਹੈਗੇ ਮੈਂ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਇੰਨੀ ਖਿੱਚ ਜਿਹੜਾ ਸੰਸਾਰ ਦੇ ਨਾਲ ਲਾਵਾਂ, ਜਿਹਨੂੰ ਕਿ ਪਤਾ ਹੀ ਨਹੀਂ ਕਦੋਂ ਜਿਹੜਾ ਹੈਗਾ ਛੱਡਣਾ ਪੈਣਾ ਹੈ। ਮ੍ਰਿਗ ਤ੍ਰਿਸ਼ਨਾ ਐਸੀ ਹੈਗੀ ਹੈ, ਮ੍ਰਿਗ ਤ੍ਰਿਸ਼ਨਾ ਮਿਰਾਜ 'ਚ ਜਿਹੜੀ ਹੈਗੀ ਆ। ਇਹ ਗੰਧਰਵ ਨਗਰੀ ਜਿਉਂ ਜਗ ਰਚਨਾ, ਇਹ ਜਗ ਦੀ ਰਚਨਾ ਮਾਲਕ ਨੇ ਬਣਾਈ ਆ। ਇਹ ਦੇਖੋ ਰੇ ਵਿਚਾਰ, ਕਹਿੰਦੇ ਵਿਚਾਰ ਕੇ ਦੇਖ ਲਾ ਪਿਆਰਿਆ, ਵਿਚਾਰ ਕੇ ਦੇਖ ਲਾ, ਹਾਲੇ ਸਮਾਂ ਹੈਗਾ, ਵਿਚਾਰ ਲਾ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਂ ਤੇ ਹੋਤ ਉਧਾਰ। ਦੇਖੋ ਦੂਜਾ ਸ਼ਬਦ ਹੈ, ਫਿਰ ਵਾਪਸ ਸੈਂਟਰਲ ਆਖਰੀ ਨੁਕਤਾ ਸੇਮ ਦੇ ਰਹੇ ਮਹਾਰਾਜ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਹੋਤ ਉਧਾਰ। ਔਰ ਪਹਿਲੇ ਸ਼ਬਦ ਦੇ ਵਿੱਚ ਕੀ ਕਹਿ ਰਹੇ ਸੀ ਮਹਾਰਾਜ? ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਕਾਜ ਸਰੈ। ਬਿਲਕੁਲ ਸੇਮ ਦਾ ਸੇਮ, ਹੋਰ ਕੋਈ ਚਾਰਾ
ਕੋਈ ਰਸਤਾ ਕੁਛ ਨਹੀਂ ਹੈਗਾ ਭਾਈ, ਕੁਛ ਨਹੀਂ ਹੈਗਾ। ਤੀਸਰਾ ਦੇਖੋ ਲੇਟੈਸਟ ਹੈਗੇ, ਇਸ ਤੋਂ ਬਾਅਦ ਗਿਆਨ ਨਹੀਂ ਆਇਆ। ਨੌਵੀਂ ਪਾਤਸ਼ਾਹੀ ਜਿਹੜੀ ਹੈ ਕਿ ਲੇਟੈਸਟ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦਾ ਲੇਟੈਸਟ ਔਰ ਇਹ ਆਖਰੀ ਜਿਹੜੇ ਹੈਗੇ ਇਹਨਾਂ ਦਾ ਦਰਜ ਕੀਤਾ ਹੈ, ਔਰ 10ਵੀਂ ਪਾਤਸ਼ਾਹੀ ਨੇ ਦਰਜ ਕੀਤਾ ਹੈ ਇਹਨਾਂ ਦਾ ਗਿਆਨ। ਦੇਵ ਗੰਧਾਰੀ ਮਹੱਲਾ 9ਵਾਂ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਹਿੰਦੇ ਸੰਸਾਰ ਦੇ ਵਿੱਚ ਜਿਹੜੇ ਵੀ ਪ੍ਰੀਤ ਹੈਗੀ ਆ ਉਹ ਝੂਠੀ ਹੈਗੀ ਆ, ਝੂਠ ਦੇ ਨਾਲ ਲੱਗੇ ਹੋਏ ਆ। ਜਿਹੜੇ ਝੂਠ ਨਾਲ ਪ੍ਰੀਤ ਕਰਦੇ ਆ ਉਹ ਝੂਠੇ ਹੁੰਦੇ ਆ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ ਰਹਾਓ। ਕਹਿੰਦੇ ਸਿਰਫ ਸੈਲਫ ਉਹਨਾਂ ਦਾ ਸੈਲਫ ਓਰੀਐਂਟਡ ਹੈਗੇ ਆ, ਉਹਨਾਂ ਸੈਲਫ ਮੋਟੋ ਹੈਗਾ ਆ, ਆਪਣਾ ਸਵਾਰਥ ਹੈਗਾ, ਆਪਣਾ ਸੁੱਖ ਹੈਗਾ ਉਹਨਾਂ ਦਾ। ਇਸ ਕਰਕੇ ਸਾਰੇ ਇੱਕ ਦੂਸਰੇ ਨੂੰ ਪਿਆਰ ਕਰਦੇ ਆ। ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕੀ ਕਹਿੰਦੇ ਘਰ ਵਾਲੀ ਤੇ ਘਰ ਵਾਲਾ ਕੀ ਮਿੱਤਰ ਹੈਗੇ। ਕਹਿੰਦੇ ਸਾਰੇ ਦੇ ਸਾਰੇ ਜਿਹੜੇ ਹੈਗੇ ਆਪਣੇ ਸੁੱਖ ਦੇ ਵਾਸਤੇ ਲੱਗੇ ਹੋਏ ਆ। ਝੂਠੀ ਪ੍ਰੀਤ ਹੈਗੀ ਹੈ। ਰਹਾਓ ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਉ ਬਾਂਧਿਓ ਚੀਤ। ਕਹਿੰਦੇ ਆ ਮੇਰਾ ਸਾਰੇ ਕਹਿੰਦੇ ਆ ਭਾਈ, ਆ ਮੇਰਾ ਭਰਾ, ਮੇਰੀ ਘਰ ਵਾਲੀ, ਮੇਰਾ ਫਲਾਨਾ, ਮੇਰੀ ਕਾਰ, ਮੇਰਾ ਆਕਾ, ਸਾਰਾ ਮੇਰਾ ਕਰਦੇ। ਇਸ ਤਰ੍ਹਾਂ ਜਿਹੜਾ ਹੈਗਾ ਸਾਰਿਆਂ ਨੇ ਪਿਆਰ ਪਾਇਆ ਹੋਇਆ ਔਰ ਚਿੱਤ ਪੂਰਾ ਦਾ ਪੂਰਾ ਬੰਨਿਆ ਹੋਇਆ ਹੈ। ਇਹੀ ਤਾਂ ਮੋਹ ਆ, ਇਹੀ ਤਾਂ ਮਾਇਆ ਹੈਗੀ। ਮੇਰਾ ਕਰਕੇ ਸਾਰੀਆਂ ਚੀਜ਼ਾਂ ਦੇ ਨਾਲ ਆਪਾਂ ਵੱਜ ਗਏ ਆ ਪੂਰੇ। ਉਹਨਾਂ ਨੇ ਆਪਣੇ ਸਵਾਸ ਲੈ ਲਏ ਭਾਈ। ਮੇਰੋ ਸਭੇ ਕਹਿਤ ਹੈ, ਹਿਤ ਸਿਓ ਬਾਂਧਿਓ ਚੀਤ। ਅੰਤ ਕਾਲ ਸੰਗੀ ਨਹਿ ਕੋਊ, ਇਹ ਅਚਰਜ ਹੈ ਰੀਤ। ਮਾਲਕ ਪਰਮਾਤਮਾ ਦੀ ਬਹੁਤ ਹੀ ਹੈਰਾਨੀਜਨਕ ਰੀਤ ਹੈਗੀ ਭਾਈ। ਆਖਰੀ ਦੇ ਵਿੱਚ ਕੋਈ ਵੀ ਸੰਗੀ ਨਹੀਂ ਹੁੰਦਾ, ਸਾਰੇ ਦੇ ਸਾਰੇ ਇੱਥੇ ਦੇ ਇੱਥੇ ਰਹਿ ਜਾਂਦੇ। ਅੰਤ ਕਾਲ ਸੰਗੀ ਨਹੀਂ ਨਹਿ ਕੋਊ, ਇਹ ਅਚਰਜ ਹੈ ਰੀਤ। ਮਨ ਮੂਰਖ ਅਜੂ ਨਹਿ ਸਮਝਤ, ਸਿੱਖ ਦਹਿ ਹਾਰਿਓ ਨੀਤ। ਹੇ ਮੇਰੇ ਮਨਾ, ਹੇ ਮੇਰੇ ਮੂਰਖ ਮਨਾ, ਹਾਲੇ ਵੀ ਨਹੀਂ ਸਮਝਦਾ। ਨਿੱਤ ਜਿਹੜਾ ਹਮੇਸ਼ਾ ਤੈਨੂੰ ਮੈਂ ਸਿੱਖਿਆ ਦਿੰਦਾ ਹੈ, ਆ ਗਿਆਨ ਹਮੇਸ਼ਾ ਕਹਿੰਦਾ ਹੈ, ਤੂੰ ਹਾਲੇ ਵੀ ਨਹੀਂ ਸਮਝਦਾ। ਮਨ ਮੂਰਖ ਅਜੂ ਨਹਿ ਸਮਝਤ, ਸਿੱਖ ਦਹਿ ਹਾਰਿਓ ਨੀਤ। ਨਾਨਕ ਪਉਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ ਪਿਆਰਿਆ, ਜੇ ਕਿਤੇ ਤੂੰ ਧਿਆਨ ਸਿਮਰਨ ਨਿਤ ਕਰਨਾ ਸ਼ੁਰੂ ਕਰ ਦੇਗਾ। ਨਾਨਕ ਪਉਜਲ ਪਾਰ ਪਰੈ, ਜੋ ਗਾਵੈ ਪ੍ਰਭ ਕੇ ਗੀਤ। ਜੇ ਪਰਮਾਤਮਾ ਦੇ ਗੀਤ ਗਾਉਣੇ ਸ਼ੁਰੂ ਕਰ ਦੇਗਾ, ਪਰਮਾਤਮਾ ਦੇ ਗੀਤ ਗਾਉਣੇ ਪਾਏ, ਇਹ ਧਿਆਨ ਸਿਮਰਨ ਭਗਤੀ ਪ੍ਰੇਮਾ ਭਗਤੀ ਆਹੀ ਹੈਗੀ ਭਾਈ। ਆਪਣੇ ਅੰਦਰ ਵੜਨਾ ਜਿਹੜਾ ਹੈਗਾ, ਇਹੀ ਆਪਣੇ ਵਿਚਾਰ ਬੰਦ ਕਰਨੇ, ਸੁੰਨ ਮੰਡਲ ਦੇ ਵਿੱਚ ਜਾਣਾ, ਵਿਚਾਰ ਮੰਡਲ ਕ੍ਰਾਸ ਕਰਨਾ, ਇਹੀ ਜਿਹੜਾ ਨਿੱਤ ਜਿਹੜਾ ਹੈ ਕਰਨਾ, ਆਹੀ ਇੱਕ ਤਰੀਕਾ ਹੈਗਾ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ। ਇਹ ਜੀ ਪੂਰੇ ਹੋ ਗਏ। ਵਾਹਿਗੁਰੂ ਜੀ ਕੀ ਫਤਿਹ ਜੀ। 3 ਸ਼ਬਦ 9ਵੀਂ ਪਾਤਸ਼ਾਹੀ ਦੇ ਸੀਗੇ, 6 ਸ਼ਬਦ ਜਿਹੜੇ ਹੈਗੇ ਆ ਇਹ ਸਟਾਰਟ ਜਦ ਇਹ ਰਾਗ ਸ਼ੁਰੂ ਹੋਇਆ ਸੀ, 6 ਸ਼ਬਦ ਜਿਹੜੇ ਹੈਗੇ ਚੌਥੀ ਪਾਤਸ਼ਾਹੀ ਦੇ ਸੀਗੇ। ਅਤੇ ਇਸ ਤੋਂ ਬਾਅਦ ਬਾਕੀ ਜਿਹੜੇ ਹੈਗੇ ਆ 29 ਸ਼ਬਦ ਜਿਹੜੇ ਹੈਗੇ, 38 ਸ਼ਬਦ ਜਿਹੜੇ ਹੈਗੇ 5ਵੀਂ ਪਾਤਸ਼ਾਹੀ ਦੇ ਸੀਗੇ। ਟੋਟਲ ਜਿਹੜੇ 47 ਹੋ ਗਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਹਾਗੜਾ ਰਾਗ ਸ਼ੁਰੂ ਹੋਏਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਦੋ ਸਵਾਲ ਪੁੱਛਣੇ ਸੀ ਜੀ। ਇੱਕ ਜਿਹੜਾ ਤੁਸੀਂ ਕਹਿ ਕੇ ਹਟੇ ਸਾਖਤ ਹਾਂਜੀ। ਸੰਗਤ ਨਾ ਮਿਲੇ, ਹੂੰ। ਜਿੱਦਾਂ ਹੁਣ ਜਿਹੜੇ ਫਿਰ ਉਹ ਕਿੱਥੇ ਜਾਣ ਜੇ ਉਹਨਾਂ ਦੀ ਤੁਸੀਂ ਆਪਾਂ ਸੰਗਤ ਸਾਡੇ ਮੇਰੇ ਵਰਗੇ ਨੇ ਤੁਸੀਂ ਸੰਗਤ ਨਹੀਂ ਕਰੋਗੇ, ਫਿਰ ਉਹ ਲੋਕ ਕਿੱਥੇ how can they get purified? ਦੇਖੋ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਨੇ ਮਾਲਕ ਦੇ ਅੱਗੇ ਬੇਨਤੀ ਕੀਤੀ ਹੈ, ਮਹਾਰਾਜ ਨੇ ਬੇਨਤੀ ਕੀਤੀ ਹੈ ਮਾਲਕ ਪਰਮਾਤਮਾ ਦੇ ਅੱਗੇ ਮਾਲਕ ਪਰਮਾਤਮਾ ਦੀ ਮਰਜ਼ੀ ਹੈਗੀ ਆ। ਔਰ ਉਹ ਜਿਹੜਾ ਹੈਗਾ ਆਪਾਂ ਨੂੰ ਜੇ ਇਸ ਤਰ੍ਹਾਂ ਜਿਹੜਾ ਸੰਸਾਰ ਦੇ ਵਿੱਚ, ਕਿਉਂਕਿ ਸੰਸਾਰ 'ਚ ਤਾਂ ਵਿਚਰਨਾ ਪਊਗਾ ਆਪਾਂ ਨੂੰ, ਅਤੇ ਉਹਦੇ ਨਾਲ ਜਿਹੜਾ ਹੈਗਾ ਆਪਾਂ ਮੈਕਸੀਮਮ ਜਿਹੜਾ ਹੈਗਾ ਆਪਾਂ ਕੋਸ਼ਿਸ਼ ਕਰੀਏ ਬਈ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦਾ ਅਸਰ ਨਾ ਆਪਾਂ ਕਬੂਲ ਕਰੀਏ। ਔਰ ਧਿਆਨ ਸਿਮਰਨ ਦੇ ਦੁਆਰਾ ਜਿਹੜਾ ਹੈਗਾ ਆਟੋਮੈਟਿਕਲੀ ਮਹਾਰਾਜ ਨੇ ਮਾਲਕ ਨੇ ਮਿਹਰ ਕਰਨੀ ਹੈ ਔਰ ਆਪਾਂ ਨੂੰ ਜਿਹੜੀ ਹੈਗੀ ਆ ਉਸ ਤੋਂ ਬਚਾਂਗੇ ਭਾਈ। ਹਾਂਜੀ, ਇਹ ਤਾਂ ਹੋ ਗਿਆ ਜੀ ਜਿਹੜਾ ਨੇ ਉਹਨਾਂ ਤੋਂ ਬਚਣ ਦੀ, ਜਿੱਦਾਂ ਤੁਸੀਂ ਕਹਿ ਰਹੇ ਬਚਦੇ ਆ ਜਿਹੜੇ ਸਾਖਤ ਹੈਗੇ ਆ, ਫਿਰ ਉਹ ਕੀ how can they get the benefit? ਜੇ ਤੁਸੀਂ ਸੰਤ ਉਹਨਾਂ ਦੀ ਸੰਗਤ ਹੀ ਨਹੀਂ ਕਰੋਗੇ, ਉਹਨਾਂ ਨੂੰ ਮਿਲਣੇ ਨਹੀਂ ਦੋਗੇ ਆਪਣੇ ਨਾਲ। ਨਹੀਂ ਆਪਣਾ ਉਹਨਾਂ ਨੂੰ ਤਾਂ ਦੇਖੋ, ਉਹਨਾਂ ਨੂੰ ਸੰਗਤ ਜਿਹੜੀ ਮਿਲਣੀ ਹੈਗੀ ਆ, ਇਹ ਗੁਰੂ ਦੀ ਸੰਗਤ ਜਿਹੜੀ ਹੈਗੀ ਮਾਲਕ ਪਰਮਾਤਮਾ ਨੇ ਦੇਣੀ ਹੈ ਸੰਗਤ। ਇਹ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਜੀਵਨ ਦੇ ਸਫ਼ਰ ਦੇ ਵਿੱਚ, ਜ਼ਿਆਦਾ ਆਪਾਂ ਮਨੁੱਖੀ ਜੀਵਨ ਦੇ ਵਿੱਚ ਆਏ ਹਾਂ ਅਤੇ ਆਪਾਂ ਨੂੰ ਦੋਨੋਂ ਚੀਜ਼ਾਂ, ਇਹ ਮਾਇਆ ਦੀ ਸੰਗਤ ਤਾਂ ਆਟੋਮੈਟਿਕਲੀ ਆਪਾਂ ਨੂੰ ਮਿਲ ਜਾਣੀ ਹੈ, ਉਹਦੇ 'ਤੇ ਕੋਈ ਪ੍ਰੋਬਲਮ ਹੀ ਨਹੀਂ ਹੈ। ਪਰ ਜਿਹੜਾ ਹੈਗਾ ਮਾਲਕ, ਇੱਛਾ ਤਾਂ ਉਹਨੂੰ ਕਰਨੀ ਪੈਣੀ ਹੈ ਨਾ ਵੀਰ ਜੀ। ਜੇ ਸਾਖਤ ਜੋ ਇੱਛਾ ਕਰੂਗਾ ਤਾਂ ਹੀ ਉਹ ਕਿਤੋਂ ਦਾ ਸੰਗ ਬਣੇਗਾ, ਪਰਮਾਤਮਾ ਦੀ ਕਿਰਪਾ ਹੋਊਗੀ। ਜੇ ਆਪਾਂ ਕਹੀਏ ਵੀ ਉਹਨਾਂ ਦੀ ਕਿਰਪਾ ਕਿਵੇਂ ਹੋਏਗੀ, ਇਹ ਤਾਂ ਕੁਐਸਚਨ ਕੋਈ ਅਲੱਗ ਤਰ੍ਹਾਂ ਦਾ ਹੋ ਗਿਆ ਨਾ ਜੀ। ਨਹੀਂ ਉਹਨਾਂ ਦੀ ਇੱਛਾ ਜਿਹੜੀ ਹੈ ਨਾ ਵੀਰ ਜੀ, ਇੱਛਾ ਤਾਂ ਹੀ ਹੋਊਗੀ ਜੇ ਸਾਹਮਣੇ ਕੋਈ ਚੀਜ਼ ਹੋਏਗੀ ਉਸ ਟਾਈਪ ਦੀ, ਤਾਂ ਇੱਛਾ ਹੋਏਗੀ ਆਪਣੀ, ਨਹੀਂ ਤਾਂ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਇਸ ਦੇ ਬਾਰੇ। ਇਸ ਕਰਕੇ ਮਾਲਕ ਨੇ ਜਿਹੜਾ ਹੈਗਾ ਉਹਦੇ ਜੀਵ ਹੈਗੇ, ਉਹਨੇ ਪੈਦਾ ਕੀਤੇ, ਉਹਨੇ ਮਨੁੱਖ ਜੂਨ ਦਿੱਤੀ ਆ, ਅਤੇ ਉਸਨੇ ਦੋਨੋਂ ਚੀਜ਼ਾਂ ਸਾਹਮਣੇ ਰੱਖਣੀਆਂ। ਚੁਆਇਸ ਆਪਣੀ ਹੈਗੀ ਆ, ਉਹ ਚੁਆਇਸ ਜਿਹੜੀ ਹੈਗੀ ਜਦੋਂ ਕਰ ਲੈਣਗੇ ਅਤੇ ਉਹਨਾਂ ਨੂੰ ਵੀ ਇਸ ਪਾਸਾ ਮਿਲ ਜਾਏਗਾ। ਇਹ ਤਾਂ ਮਾਲਕ ਦੀ ਆ। ਚੁਆਇਸ ਕਹਿ ਲਓ, ਹਾਂ ਵੀ ਚੁਆਇਸ ਤਾਂ ਉਹਨੂੰ ਕਰਨੀ ਆਪ ਹੀ ਨਾ। ਮੈਂ ਵੀਰ ਜੀ ਇਸ ਤਰ੍ਹਾਂ ਜੀ, ਹਾਂਜੀ, ਅਸੀਂ ਤਾਂ ਇਸ ਕਰਕੇ ਨਹੀਂ ਉਹਨਾਂ ਦੀ ਸੰਗਤ ਕਰਨੀ ਕਿਉਂਕਿ ਉਹਨਾਂ ਦੇ ਸਾਡਾ ਅਸਰ ਹੀ ਨਹੀਂ ਹੋਣਾ ਜੀ। ਹਾਂ, ਉਲਟਾ ਸਾਡੇ ਤੇ ਅਸਰ ਹੋ ਜਾਵੇ। ਉਹ ਜਦੋਂ ਉਹਨਾਂ ਦੇ ਭਾਗ ਕੋਈ ਪੁਰਾਣੇ ਪੂਰਵ ਕਰਮ ਅੰਕਰ ਜੋ ਪ੍ਰਗਟੋ ਪਰਕਰਾਸ਼ ਕਰਾਈ, ਜਦੋਂ ਉਹਨਾਂ ਦੇ ਕੋਈ ਭਾਗ ਜਾਗਣਗੇ ਜੀ, ਉਦੋਂ ਫਿਰ ਪ੍ਰਮਾਤਮਾ ਨੇ ਉਹਨਾਂ ਨੂੰ ਮਤਲਬ ਕਿਸੇ ਸੰਗਤ ਨੂੰ ਚੰਗੀ ਸੰਗਤ ਮਤਲਬ ਵਿਧ ਬਣਾ ਦੇ ਦੇਣੀ, ਫਿਰ ਉਹ ਬਦਲਣਗੇ ਜੀ। ਜਦੋਂ ਉਹਨਾਂ ਦੇ ਪਹਿਲਾਂ ਕੋਈ ਪੂਰਨ ਜਿਹੜੇ ਹੈਗੇ ਆ ਭਾਗ ਉਹ ਪ੍ਰਗਟ ਹੋਣਗੇ। ਨਹੀਂ, ਮੰਨ ਲਓ ਪੂਰਨ ਭਾਗ ਪਿਛਲੇ ਭਾਗ ਹੈ ਹੀ ਨਹੀਂ ਹੈ, ਤੇ ਫਿਰ ਕੀ ਕਰੂਗਾ ਇਨਸਾਨ? ਨਹੀਂ, ਫਿਰ ਤਾਂ ਥੱਲੇ ਨੂੰ ਜਾਣਗੇ ਜੀ, ਫਿਰ ਤਾਂ ਦੂਸਰੀ ਜੂਨ ਚ ਜਾਣਗੇ। ਨਹੀਂ, ਮਾਲਕ ਨਹੀਂ, ਦੇਖੋ ਜੇ ਤੇ ਮਾਲਕ ਪਰਮਾਤਮਾ ਨੇ ਉਹਦੇ ਉੱਤੇ ਡਿਪੈਂਡ ਕਰਦਾ ਹੈ ਵੀਰ ਜੀ ਕਿ ਉਹਨੇ ਦੋਨੋਂ ਚੀਜ਼ਾਂ ਦਾ ਸਾਹਮਣੇ ਆਪਣੇ ਆਉਣੀਆਂ ਆ। ਰਸਤਾ ਆਪਾਂ ਨੇ ਕਿਹੜਾ ਆਪਾਂ ਪਸੰਦ ਕਰਦੇ ਹਾਂ ਉਸ ਤੇ ਡਿਪੈਂਡ ਕਰਦਾ ਹੈ ਬਸ। ਆਪਾਂ ਉਹਨਾਂ ਨੂੰ ਜੇ ਕੋਈ ਸਾਖਤ ਆ ਜਾਂਦਾ ਸੰਗਤ ਦੇ ਵਿੱਚ, ਤੇ ਆਪਾਂ ਉਹਨਾਂ ਨੂੰ ਸਮਝਾਉਣਾ, ਉਹਨਾਂ ਨੂੰ ਦੱਸਣਾ ਫਰਜ਼ ਸਮਝਦੇ, ਜਾਂ ਤੁਸੀਂ ਉਹਨਾਂ ਨੂੰ ਪਹਿਲੇ ਕਦੇ ਤੁਸੀਂ ਤਾਂ ਨਹੀਂ ਠੀਕ ਹੈ ਚਲੋ? ਨਹੀਂ, ਜੇ ਕੋਈ ਲੈਣਾ ਚਾਹੁੰਦਾ, ਦੇਖੋ ਜੇ ਕੋਈ ਜਿਹੜਾ ਹੈਗਾ ਇਸ ਚੀਜ਼ ਨੂੰ ਲੈਣਾ ਚਾਹੁੰਦਾ, ਗਾਹਕ ਹੈਗਾ ਤੇ ਲੈ ਲੂਗਾ, ਨਹੀਂ ਤਾਂ ਜਿਹੜਾ ਹੈਗਾ ਭਾਵੇਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈ ਆਪਾਂ ਨਹੀਂ ਲੈਣੀ ਅਗਲੇ ਨੇ। ਬਸ ਇਹੀ ਆ ਜੀ, ਸੰਗਤ ਵੀਰ ਜੀ ਤਾਂ ਆਊਗਾ ਕਿ ਥੋੜਾ ਬਹੁਤ ਉਹਦੇ ਅੰਦਰ ਪਹਿਲਾਂ ਕਿਤੇ ਨਾ ਕਿਤੇ ਉਹ ਕਿਨਾਰੇ ਤੇ ਖੜਾ ਹੋਵੇ ਨਾ ਜੀ ਵੀਰ ਜੀ। ਇਹ ਜਿਹੜੀ ਸੰਗਤ ਹੈ, ਜਿਹੜੇ ਕਿਨਾਰੇ ਤੇ ਖੜੇ ਆ ਨਾ ਜੀ, ਉਹਨਾਂ ਵਾਸਤੇ ਹੀ ਸੰਗਤ ਦਾ ਹੁਕਮ ਹੈ। ਜਿਹੜੇ ਉਹ ਮਤਲਬ ਏਦਾਂ ਦੇ ਵੀ ਲੋਕ ਹੋਣਗੇ ਜਿਨ੍ਹਾਂ ਨੇ ਬਿਲਕੁਲ ਹੀ ਨਹੀਂ ਲੈਣਾ, ਜਿੰਨਾ ਮਰਜ਼ੀ ਰੌਲਾ ਪਾਈ ਜਾਈਏ। ਏਦਾਂ ਦੇ ਵੀ ਹੋਣਗੇ ਜਿਹੜੇ ਕਹਿਣਗੇ ਜੀ ਅਸੀਂ ਤਾਂ ਸਾਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਹੈ ਜੀ, ਹਨਾ। ਉਹ ਜਿਹੜੇ ਵਿਚਕਾਰ ਖੜੇ ਕਿਨਾਰੇ ਤੇ, ਜਿਹੜੇ ਮਤਲਬ ਉਹਨਾਂ ਤੇ ਹੀ ਅਸਰ ਹੋਣਾ ਇਹ, ਹਨਾ। ਹਾਂਜੀ, ਥੋੜਾ ਬਹੁਤਾ ਉਹਦੇ ਕੋਈ ਚੱਲੇ ਹੋ, ਚਲੋ ਜੀ, ਬੜਾ ਟੀਡੀਐਸ ਇਸ਼ੂ ਹੈ। ਠੀਕ ਹੈ ਜੀ। ਇੱਕ ਹੋਰ ਸਵਾਲ ਸੀਗਾ ਜੀ, ਰਹਾਉ। ਵਾਟ ਇਜ਼ ਦੀ ਇੰਪੋਰਟੈਂਸ ਆਫ ਜਿਹੜੀ ਇਹ ਰਹਾਉ ਦਾ ਕਿੰਨਾ ਇੰਪੋਰਟੈਂਸ ਹੈਗੀ ਹੈ ਜਿਹੜੀ ਰਹਾਉ ਜਿਹੜਾ ਹੁੰਦਾ ਨਾ ਬੇਬੀ, ਰਹਾਉ ਜਿਹੜਾ ਹੈਗਾ, ਰਹਾਉ ਦੇ ਨਾਲ ਦੇਖੋ ਇੱਕ ਬੰਦ ਉੱਪਰ ਥੱਲੇ ਵੀ ਇੱਕ ਲਿਖਿਆ ਹੁੰਦਾ, ਦੋਨੋਂ ਮਿਲ ਕੇ ਜਿਹੜੇ ਹੈਗੇ ਸੈਂਟਰਲ ਆਈਡੀਆ ਹੁੰਦਾ। ਸ਼ਬਦ ਦਾ ਸੈਂਟਰਲ ਆਈਡੀਆ ਹੈਗਾ ਵੀ
ਬਈ ਹੁਣ ਗਿਆਨ ਕੀ ਦੇਣਾ ਚਾਹੁੰਦੇ ਆ ਮਹਾਰਾਜ, ਉਹ ਰਹਾਉ ਦੇ ਵਿੱਚ ਆ ਜਾਂਦਾ ਹੈ, ਸਬਜੈਕਟ ਰਹਾਉ ਦੇ ਵਿੱਚ ਆ ਜਾਂਦਾ ਹੈ ਦੋਨੋਂ। ਹਾਂਜੀ, ਇਸ ਦਾ ਮਤਲਬ ਐਕਸਟ੍ਰੈਕਟ ਸਬਜੈਕਟ ਹਾਂ ਸ਼ਬਦ ਦਾ ਬਿਲਕੁਲ, ਨਿਚੋੜਾ ਜੀ। ਹਾਂ ਬਿਲਕੁਲ। ਬਾਕੀ ਇੱਕ ਹੋਰ ਸਵਾਲ ਪੁੱਛਣਾ, ਸਾਰੇ ਆਪਾਂ ਗੁਰੂ ਸਾਰੇ ਕਹਿੰਦੇ ਕਿ ਅਕਾਲ ਪੁਰਖ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਸਾਜੀ ਹੈ, ਜਿਨ੍ਹਾਂ ਨੇ ਹੋਰ ਸਾਰੀ ਦੁਨੀਆ ਸਾਜੀ, ਸਾਰਿਆਂ ਨੂੰ ਬਣਾਇਆ, ਇਹ ਜਿਹੜੇ 10 ਸਾਹਿਬ ਸਾਡੇ 10 ਪਾਤਸ਼ਾਹੀਆਂ ਹੋਈਆਂ, ਸ਼੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਇਹ ਉਹਨਾਂ ਦੇ ਵਿੱਚ ਸਮਾਏ ਆ ਜਦੋਂ ਆਪਾਂ ਅਰਦਾਸ ਕਰਦੇ ਆ। ਹਾਂ ਬਿਲਕੁਲ ਸਮਾਏ ਹੋਏ, ਹਾਂਜੀ ਹਾਂਜੀ ਬਿਲਕੁਲ ਸਮਾਏ ਹੋਏ, ਹਾਂਜੀ ਹਾਂਜੀ ਬਿਲਕੁਲ ਸਮਾਏ ਹੋਏ ਆ। ਹਾਂਜੀ, ਉਹ ਹੁਣ ਜਦੋਂ ਆਪਾਂ ਅਰਦਾਸ ਕਰਦੇ ਹਾਂ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਈ ਉਹ 10ਵੇਂ ਪਾਤਸ਼ਾਹ ਤੱਕ, ਫਿਰ ਆਪਾਂ ਕਹਿੰਦੇ ਆ 10 ਪਾਤਸ਼ਾਹ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਕਰਕੇ ਸਾਰੇ ਬੋਲੋ ਵਾਹਿਗੁਰੂ ਜੀ। ਇਹ ਫਿਰ ਉਹਨਾਂ ਦੇ ਨਾਮ ਆਪਾਂ ਕਿਉਂ ਲੈਂਦੇ? ਫਿਰ ਜੇ ਅਕਾਲ ਪੁਰਖ ਦੇ ਵਿੱਚ ਸਮਾਏ ਸਿੱਧੀ ਏਦਾਂ, ਜਾਨੀ ਕਿ ਜਸਟ ਵੀ ਉਹ ਅਲੱਗ ਵੀ ਹੈਗੇ ਆ, ਉਹਨਾਂ ਰਾਹੀਂ ਹੀ ਅਸੀਂ ਮਿਲ ਸਕਦੇ ਆ? ਨਹੀਂ, ਉਹ ਤਾਂ ਕਿਤੇ ਗਏ ਹੀ ਨਹੀਂ ਹੈਗੇ, ਉਹਨਾਂ ਦਾ ਤਾਂ ਗਿਆਨ ਹੀ ਹੁੰਦਾ। ਸਰੀਰ ਤਾਂ ਜਿਹੜਾ ਹੈਗਾ, ਸਰੀਰ ਤਾਂ ਨਾਸਵਾਨ ਹੈ, ਸਰੀਰ ਤਾਂ ਕੁਛ ਵੀ ਨਹੀਂ ਹੈਗਾ, ਉਹ ਤਾਂ ਹਾਲੇ ਵੀ ਹੈਗੇ ਆ। ਆਹ ਗਿਆਨ ਦੇ ਰੂਪ ਦੇ ਵਿੱਚ ਤਾਂ ਹਾਲੇ ਵੀ ਬੋਲ ਰਹੇ। ਹੁਣ ਦੇਖੋ, ਆਹ 9ਵੀਂ ਪਾਤਸ਼ਾਹੀ ਬੋਲੀ, ਪਹਿਲਾਂ 5ਵੀਂ ਪਾਤਸ਼ਾਹੀ ਬੋਲੀ, ਉਹ ਤਾਂ ਹਮੇਸ਼ਾ ਹੀ ਜਾਗਤ ਹੈਗੇ ਭਾਈ। ਉਹ ਸਰੀਰ ਤਾਂ ਹੈ ਨਹੀਂ ਕਿ ਸਰੀਰ ਤੋਂ ਉੱਪਰ ਉੱਠ ਗਏ, ਉਹ ਤਾਂ ਮਾਲਕ ਪਰਮਾਤਮਾ ਦੇ ਵਿੱਚ ਸਮਾਏ ਹੋਏ ਆ। ਉਹ ਮਾਲਕ ਦੇ ਨਾਲ ਇੱਕ ਮਿਕ ਹੈ। ਨਾਨਕ ਦਾਸ ਬੋਲੇ। ਬਸ ਠੀਕ ਹੈ ਜੀ। ਨਾਲ ਇੱਕ ਚੀਜ਼ ਹੋਰ ਹੈ ਜੀ, ਬੇਸਿਕਲੀ ਜਿਹੜੀ ਅਰਦਾਸ ਆ ਨਾ, ਇਹ ਬਾਅਦ ਦੇ ਵਿੱਚ ਬਣਾਈ ਗਈ ਆ, ਇਹਨੂੰ ਕੋਈ ਫਾਈਨਲ ਬਿਲਕੁਲ ਸਹੀ ਗੱਲ ਹੈ, ਹਾਂ, ਕਿਉਂਕਿ 36 ਬ੍ਰਹਮ ਗਿਆਨੀਆਂ ਦੀ ਬਾਣੀ ਹੈਗੀ, ਇਕੱਲੇ 10 ਗੁਰੂਆਂ ਦੀ ਨਹੀਂ ਹੈਗੀ। ਆਪਾਂ ਇਹ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਆਪਾਂ ਨੂੰ, ਇਹ ਬਾਅਦ ਚ ਬਣਾਈ ਗਈ ਚੀਜ਼ ਆ ਜੀ। ਬਸ ਇਹ ਜਿਹੜੀ ਅਰਦਾਸ ਹੈਗੀ ਆ, ਉੱਥੇ ਤੱਕ ਜਿਹੜੀ ਹੈਗੀ ਆ 10ਵੀਂ ਪਾਤਸ਼ਾਹੀ ਦੀ ਉਹਨਾਂ ਦੇ ਵਿੱਚ ਹੈਗੀ ਆ, ਉਹਨਾਂ ਦੀ ਹਾਂ, ਇਹ ਉਹਨਾਂ ਦੀ 10ਵੀਂ ਪਾਤਸ਼ਾਹੀ ਦੀ ਹੈਗੀ। ਨਾਲੇ ਉਹ ਤਾਂ ਵੀਰ ਜੀ ਕਣ ਕਣ ਚ ਬਿਰਾਜਮਾਨ ਹੈ, ਘੱਟ ਹੀ ਮੈਂ ਹਰਜੂ ਬਸ ਏਦਾਂ ਸ਼ਬਦ ਆਉਂਦਾ ਨਾ ਜੀ ਪੂਰਾ, ਉਹ ਹਰ ਇੱਕ ਜਗ੍ਹਾ ਤੇ ਬਿਰਾਜਮਾਨ ਹੈ। ਜਦੋਂ ਬੂੰਦ ਸਾਗਰ ਚ ਚਲੀ ਗਈ, ਫਿਰ ਉਹ ਤੁਸੀਂ ਪਛਾਣ ਤਾਂ ਨਹੀਂ ਸਕਦੇ ਨੇ ਵੀ ਸਾਗਰ ਹੈ ਕਿ ਬੂੰਦ ਸਾਗਰ ਚ ਆਈ ਹੈ ਕਿ ਸਾਗਰ ਬੂੰਦ ਚ ਗਈ ਹੈ। ਪਾਤਸ਼ਾਹੀਆਂ ਨੇ ਉਹਨਾਂ ਨੂੰ ਤੇ ਆਇਆ ਜੀ, ਜਿਵੇਂ ਹੁਣ ਸਿਮਰ ਕੇ ਗੁਰੂ ਨਾਨਕ ਲਈ ਚਾਹੇ, ਗੁਰੂ ਨਾਨਕ ਸਾਹਿਬ ਨੇ ਵੀ ਪ੍ਰਮਾਤਮਾ ਨੂੰ ਚਾਹਿਆ। ਹਾਂ, ਪ੍ਰਥਮ ਭਗਵਤੀ ਸਿਮਰ ਗੁਰੂ ਨਾਨਕ ਲਈ, ਜਿਵੇਂ ਗੁਰੂ ਨਾਨਕ ਜੀ ਨੇ ਧਿਆਇਆ ਆ ਉਸੇ ਤਰੀਕੇ ਨਾਲ। ਰਾਮਦਾਸ ਉਹੀ ਸਹਾਇ, ਉਹਨਾਂ ਨੇ ਵੀ ਪ੍ਰਮਾਤਮਾ ਨੂੰ ਹੀ ਧਿਆਉਣਾ, ਅਸੀਂ ਵੀ ਉਹਨਾਂ ਨੂੰ ਪ੍ਰਮਾਤਮਾ ਨੂੰ ਧਿਆਉਣਾ ਜੀ। ਗੁਰੂ ਨਾਨਕ ਸਾਹਿਬ ਨੇ ਸਾਨੂੰ ਗੁਰੂ ਨਾਨਕ ਸਾਹਿਬ ਸਾਨੂੰ ਜਿਹੜੀ ਜੁਗਤੀ ਦੇ ਕੇ ਗਏ ਕਿ ਸੁਣੀਏ ਤੇ ਫਿਰ ਮੰਨਣ ਤੋਂ ਬਾਅਦ ਫਿਰ ਧਿਆਨ, ਫਿਰ ਉਸ ਤੋਂ ਬਾਅਦ ਸਮਾਧੀ, ਇਹ ਇਸੇ ਤਰ੍ਹਾਂ ਦੀ ਇਸੇ ਅਵਸਥਾ ਚ ਸਭ ਨੂੰ ਹੀ ਲੰਘਣਾ ਪੈਣਾ। ਉਹ ਦੱਸ ਕੇ ਗਏ ਆ ਸਾਨੂੰ ਸਾਰਾ ਪੂਰਾ, ਸਾਰੇ ਖੰਡ ਦੱਸ ਕੇ ਗਏ ਆਪਾਂ ਨੂੰ। ਅਖੀਰ ਤੇ ਫਿਰ ਕਹਿ ਗਏ ਕਿ ਜਿਹਨੂੰ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਤੇ ਉਹ ਸਾਰੀ ਖੇਡ, ਇਹ ਸਾਰੀ ਇਸ ਤਰ੍ਹਾਂ ਇੱਕ ਜੁਗਤੀ ਹੈ, ਇਹ ਸਾਰੀ ਕੰਪਲੀਟ ਜੁਗਤੀ ਹੈ, ਪੂਰਾ ਗਿਆਨ ਹੈ ਜਿਹੜਾ ਤੁਹਾਡੇ ਅੰਦਰੋਂ ਪ੍ਰਗਟ ਹੋ ਰਿਹਾ। ਨਾਮ ਤੇ ਆਇਆ ਅਖੀਰਲੀ ਸਟੇਜ ਆ। ਚਲੋ ਕਰੀਏ ਜੀ, ਬਹੁਤ ਵਧੀਆ। ਵਾਹਿਗੁਰੂ